हेलो स्टूडेंट्स, वेलकम ऑन यदू एजुकेशन। ਅੱਜ ਸਾਡਾ ਨੈਕਸਟ ਟੌਪਿਕ ਅਸੀਂ ਕਰਨ ਜਾ ਰਹੇ ਹਾਂ ਜੀ ਮੈਥਡਸ ਆਫ ਟੀਚਿੰਗ ਇੰਗਲਿਸ਼। ਠੀਕ ਹੈ, ਇੰਗਲਿਸ਼ ਨੂੰ ਟੀਚ ਕਰਨ ਦੇ ਕਿਹੜੇ ਕਿਹੜੇ ਮੈਥਡਸ ਨੇਗੇ, ਜਿੱਦਾਂ ਗ੍ਰਾਮਰ ਟਰਾਂਸਲੇਸ਼ਨ ਹੁੰਦਾ ਹੈਗਾ ਮੈਥਡ, ਸਿਚੁਏਸ਼ਨਲ ਹੋ ਗਿਆ, ਡਾਇਰੈਕਟ ਮੈਥਡ ਹੋ ਗਿਆ, ਬਾਇਲਿੰਗੁਅਲ ਮੈਥਡ। ਤਾਂ ਇਸ ਤਰ੍ਹਾਂ ਨਾਲ ਕਈ ਸਾਰੇ ਮੈਥਡਸ ਨੇ ਜਿਨ੍ਹਾਂ ਨੂੰ ਅਸੀਂ ਅੱਜ ਪੜ੍ਹਾਂਗੇ। ਤਾਂ ਪਹਿਲਾਂ ਅਸੀਂ ਵੇਖਦੇ ਹਾਂ ਜੀ ਗ੍ਰਾਮਰ ਟਰਾਂਸਲੇਸ਼ਨ ਮੈਥਡ। ਦਿਸ ਮੈਥਡ ਇਜ਼ ਆਲਸੋ ਨੋਨ ਐਜ਼ ਓਲਡੈਸਟ ਕਲਾਸੀਕਲ ਟ੍ਰੈਡੀਸ਼ਨਲ ਮੈਥਡ। ਇਹਨੂੰ ਹੋਰ ਕੀ ਕਿਹਾ ਜਾਂਦਾ ਗਾ? ਓਲਡੈਸਟ ਸਭ ਤੋਂ ਪੁਰਾਣਾ ਮੈਥਡ ਹੈ ਇਹ, ਕਲਾਸੀਕਲ ਜਾਂ ਟ੍ਰੈਡੀਸ਼ਨਲ ਮੈਥਡ ਵੀ ਕਿਹਾ ਜਾਂਦਾ ਇਹਨੂੰ। ਕਲਾਸਿਸ ਆਰ ਟੌਟ ਇਨ ਮਦਰ ਟੰਗ ਵਿਦ ਲਿਟਲ ਐਕਟਿਵ ਯੂਜ਼ ਆਫ ਟਾਰਗੇਟ ਲੈਂਗੁਏਜ। ਕਲਾਸਿਸ ਬੱਚਿਆਂ ਨੂੰ ਕੀ ਮਦਰ ਟੰਗ ਮਾਤ ਭਾਸ਼ਾ ਦੇ ਵਿੱਚ ਹੀ ਸਿਖਾਈਆਂ ਜਾਂਦੀਆਂ ਨੇ, ਤਾਂ ਜਿਹੜੀ ਟਾਰਗੇਟ ਲੈਂਗੁਏਜ ਆ ਉਹਦਾ ਬਹੁਤ ਜ਼ਿਆਦਾ ਘੱਟ ਯੂਜ਼ ਕਰਨਾ ਸਿਖਾਇਆ ਜਾਂਦਾ ਬੱਚੇ ਨੂੰ। ਮੋਸਟਲੀ ਅਸੀਂ ਮਦਰ ਟੰਗ ਦੇ ਵਿੱਚ ਹੀ ਬੱਚੇ ਨੂੰ ਪੜ੍ਹਾਉਂਦੇ ਹਾਂ। ਮੋਰ ਇੰਫੇਸਿਸ ਔਨ ਰੀਡਿੰਗ ਸਕਿੱਲ ਐਂਡ ਗ੍ਰਾਮਰ। ਤਾਂ ਇਹਦੇ ਵਿੱਚ ਜ਼ਿਆਦਾ ਫੋਕਸ ਕਿਸ ਚੀਜ਼ 'ਤੇ ਦਿੱਤਾ ਜਾਂਦਾ ਜੀ? ਕਹਿੰਦੇ ਵੀ ਰੀਡਿੰਗ ਸਕਿੱਲ ਨੂੰ ਡਿਵੈਲਪ ਕੀਤਾ ਜਾਂਦਾ ਜਾਂ ਗ੍ਰਾਮਰ ਬੱਚੇ ਨੂੰ ਸਿਖਾਈ ਜਾਂਦੀ ਆ। ਕਿ ਜਦੋਂ ਗ੍ਰਾਮਰ ਨੂੰ ਟਰਾਂਸਲੇਟ ਕਰਕੇ ਸਿਖਾਉਂਦਾ, ਗ੍ਰਾਮਰ ਤਾਂ ਨੈਚੁਰਲੀ ਸਿੱਖੇਗਾ ਬੱਚਾ, ਤਾਂ ਉਹਨੂੰ ਰੀਡ ਕਰਨਾ ਸਿੱਖ ਜਾਏਗਾ। ਤਾਂ ਇਸ ਦੇ ਨਾਲ ਕੀ ਹੁੰਦਾ, ਜਿਹੜੀਆਂ ਸਾਡੀਆਂ ਬਾਕੀ ਦੀਆਂ ਲਿਸਨਿੰਗ, ਸਪੀਕਿੰਗ, ਰਾਈਟਿੰਗ ਤਿੰਨੋਂ ਸਕਿੱਲਸ ਨੇ ਉਹਨਾਂ ਨੂੰ ਨਿਗਲੈਕਟ ਕੀਤਾ ਜਾਂਦਾ ਇਹਦੇ ਵਿੱਚ। ਇਹ ਤਾਂ ਸਾਨੂੰ ਦਿਖ ਰਿਹਾ ਨਾ ਸਿੰਪਲ। ਇਟ ਬਿਲਡਸ ਦਾ ਫਾਊਂਡੇਸ਼ਨ ਆਫ ਦਾ ਚਾਈਲਡ। ਇਹਦੇ ਨਾਲ ਬੱਚੇ ਦੀ ਨੀਂਹ ਤਿਆਰ ਹੁੰਦੀ ਹੈ ਕਹਿੰਦੇ GTM ਨਾਲ। ਠੀਕ ਹੈ, ਗ੍ਰਾਮਰ ਟਰਾਂਸਲੇਸ਼ਨ ਮੈਥਡ ਦੇ ਨਾਲ। ਫੋਰਨ ਲੈਂਗੁਏਜ ਕੈਨ ਵੀ ਈਜ਼ੀਲੀ ਲਰਨਡ ਵਿਦ ਦ ਹੈਲਪ ਆਫ ਗ੍ਰਾਮਰ। ਗ੍ਰਾਮਰ ਦੀ ਹੈਲਪ ਦੇ ਨਾਲ ਜਿਹੜੀ ਸਾਡੀ ਫੋਰਨ ਲੈਂਗੁਏਜ ਆ, ਟਾਰਗੇਟ ਲੈਂਗੁਏਜ ਹੁੰਦੀ ਹੈ ਜਿਹਨੂੰ ਅਸੀਂ ਸਿੱਖਣਾ ਚਾਹੁੰਦੇ ਹਾਂ, ਤਾਂ ਉਹਨੂੰ ਬਹੁਤ ਹੀ ਆਸਾਨੀ ਨਾਲ ਕੀ ਹੈਗਾ ਸਿੱਖ ਸਕਦੇ ਹਾਂ ਜੀ। ਨੈਕਸਟ ਹੈ ਮੈਰਿਟਸ ਆਫ ਗ੍ਰਾਮਰ ਟਰਾਂਸਲੇਸ਼ਨ ਮੈਥਡ। ਕੀ ਮੈਰਿਟਸ ਹੁੰਦੇ ਨੇ ਗ੍ਰਾਮਰ ਟਰਾਂਸਲੇਸ਼ਨ ਮੈਥਡ ਦੇ? ਇਟ ਇਜ਼ ਇਫੈਕਟਿਵ ਫॉर ਦ ਪ੍ਰਾਇਮਰੀ ਸਟੂਡੈਂਟਸ ਐਂਡ ਓਵਰ ਕਰਾਊਡਡ ਕਲਾਸਰੂਮਸ। ਤਾਂ ਇਹ ਜਿਹੜੇ ਸਾਡੇ ਪ੍ਰਾਇਮਰੀ ਲੈਵਲ ਦੇ ਛੋਟੀਆਂ ਕਲਾਸਿਸ ਵਾਲੇ ਸਟੂਡੈਂਟਸ ਹੁੰਦੇ ਨੇਗੇ, ਉਹਨਾਂ ਦੇ ਲਈ ਬਹੁਤ ਜ਼ਿਆਦਾ ਇਫੈਕਟਿਵ ਹੈ, ਅਤੇ ਨਾਲ ਜਿਹੜੀਆਂ ਓਵਰ ਕਰਾਊਡਡ ਕਲਾਸਰੂਮਸ ਨੇ, ਠੀਕ ਹੈ, ਉੱਥੇ ਵੀ ਬਹੁਤ ਜ਼ਿਆਦਾ ਪ੍ਰੋਫੀਸ਼ੀਐਂਟ ਹੁੰਦਾ ਹੈਗਾ ਗ੍ਰਾਮਰ ਟਰਾਂਸਲੇਸ਼ਨ ਮੈਥਡ। ਇਟ ਗਿਵਸ ਅ ਕਲੀਅਰ ਅੰਡਰਸਟੈਂਡਿੰਗ ਆਫ ਵਰਡ ਮੀਨਿੰਗ ਐਂਡ ਫਰੇਜ਼ਸ। ਤਾਂ ਇਹਦੇ ਨਾਲ ਬੱਚੇ ਨੂੰ ਕਿਸ ਚੀਜ਼ ਵਿੱਚ ਕਲੀਅਰੈਂਸ ਹੋ ਜਾਂਦੀ ਹੈ, ਉਹਨਾਂ ਨੂੰ ਵਰਡ ਮੀਨਿੰਗ ਨੇ, ਫਰੇਜ਼ਸ ਹੁੰਦੇ ਨੇ ਜਿਹੜੇ, ਤਾਂ ਇਹਨਾਂ ਦੇ ਮਤਲਬ ਕਿ ਬੱਚੇ ਨੂੰ ਚੰਗੀ ਤਰ੍ਹਾਂ ਨਾਲ ਸਮਝ ਆ ਜਾਂਦੀ ਹੈ ਜੀ। ਵਰਡ ਇਜ਼ ਦਾ ਯੂਨਿਟ ਆਫ ਟੀਚਿੰਗ। ਤਾਂ ਇਹਦੇ ਗ੍ਰਾਮਰ ਟਰਾਂਸਲੇਸ਼ਨ ਮੈਥਡ ਹੋਇਆ ਜਿਹੜਾ ਸਾਡਾ ਗ੍ਰਾਮਰ ਟਰਾਂਸਲੇਸ਼ਨ ਮੈਥਡ, ਇਹਦੇ ਵਿੱਚ ਕੀ ਹੈ, ਜਿਹੜੇ ਸ਼ਬਦ ਹੁੰਦੇ ਨੇਗੇ, ਵਰਡ ਹੁੰਦੇ ਨੇਗੇ, ਤਾਂ ਇਹ ਯੂਨਿਟ ਹੁੰਦਾ ਹੈਗਾ ਕਹਿੰਦੇ ਟੀਚਿੰਗ ਦੀ। ਠੀਕ ਹੈ, ਇੱਕ ਇੱਕ ਸ਼ਬਦ ਹੀ ਇਕਾਈ ਹੈ, ਕਿਉਂਕਿ ਪੂਰੇ ਇੱਕ ਇੱਕ ਸ਼ਬਦ ਦੀ ਕੀ ਹੈਗਾ ਟਰਾਂਸਲੇਸ਼ਨ ਕੀਤੀ ਜਾ ਰਹੀ ਆ। ਤਾਂ ਇਹਦਾ ਮਤਲਬ ਕੀ ਹੈਗਾ, ਫਿਰ ਇਕਾਈ ਵੀ ਤਾਂ ਸ਼ਬਦ ਹੋਇਆ ਉਹਦਾ, ਹੈ ਨਾ। It gives emphasis on the use of mother tongue and establish a link between new ideas of foreign language with old ideas of mother tongue। ਇਹਦੇ ਵਿੱਚ ਕਹਿੰਦੇ ਮਾਤ ਭਾਸ਼ਾ ਦੀ ਜਿਹੜੀ ਹੈਗੀ ਯੂਜ਼ ਕਰਨ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਗਾ, ਤੇ ਜਿਹੜੀ ਇੰਗਲਿਸ਼ ਲੈਂਗੁਏਜ ਆ, ਮਤਲਬ ਜਿਹਨੂੰ ਅਸੀਂ ਫੋਰਨ ਲੈਂਗੁਏਜ ਕਹਿੰਦੇ ਆਂਗੇ, ਤੇ ਜਾਂ ਜਿਹੜੀ ਸਾਡੀ ਪੁਰਾਣੀ ਮਾਤ ਭਾਸ਼ਾ, ਸਾਡੀ ਸੌਰੀ ਪੁਰਾਣੀ ਨਹੀਂ, ਸਾਡੀ ਜਿਹੜੀ ਮਾਤ ਭਾਸ਼ਾ ਹੈਗੀ, ਤਾਂ ਉਹਦੇ ਜਿਹੜੇ ਆਈਡੀਆਜ਼ ਨੇ ਦੋਵਾਂ ਦੇ ਆਪੋ ਆਪਣੇ, ਉਹਨਾਂ ਦੇ ਵਿੱਚ ਇੱਕ ਲਿੰਕ ਬਣਾਇਆ ਜਾਂਦਾ ਕਿਸ ਦੇ ਥਰੂ? GTM ਦੇ ਥਰੂ। ਨੈਕਸਟ ਹੈ ਲਿਮਿਟੇਸ਼ਨ। ਹਾਂਜੀ, ਠੀਕ ਹੈ, ਇਹ ਸਾਡੀਆਂ ਆਪਣਾ ਅਸੀਂ ਦੇਖਿਆ ਮੈਰਿਟਸ ਹੋਈਆਂ ਨੇ ਇਹਦੀਆਂ ਵੀ, ਇਹਦੇ ਵਿੱਚ ਕੀ ਕੀ ਸਿਖਾਇਆ ਜਾਂਦਾ ਹੈਗਾ। ਅੱਗੇ ਲਿਮਿਟੇਸ਼ਨ ਦੇਖਦੇ ਹਾਂ ਕੀ ਇਹਦੇ ਵਿੱਚ ਕਮੀਆਂ ਹੁੰਦੀਆਂ ਨੇਗੀਆਂ। ਓਕੇ, ਤਾਂ ਮੇਜਰ ਲਿਮਿਟੇਸ਼ਨ ਆਫ ਦਿਸ ਅਪਰੋਚ ਇਜ਼ ਦ ਨਿਗਲੈਕਟ ਆਫ ਸਪੋਕਨ ਲੈਂਗੁਏਜ ਐਂਡ ਨੈਚੁਰਲ ਸਪੀਚ। ਕਹਿੰਦੇ ਇਹਦੇ ਨਾਲ ਕੀ ਹੁੰਦਾ ਗਾ, ਸਭ ਤੋਂ ਜ਼ਿਆਦਾ ਜਿਹੜੀ ਮੇਨ ਕਮੀ ਕੀ ਰਹਿ ਜਾਂਦੀ ਹੈ ਗ੍ਰਾਮਰ ਟਰਾਂਸਲੇਸ਼ਨ ਮੈਥਡ ਦੀ? ਇਹਦੇ ਵਿੱਚ ਜਿਹੜੀ ਸਾਡੀ ਸਪੋਕਨ ਲੈਂਗੁਏਜ ਆ, ਠੀਕ ਹੈ, ਜਿਹੜਾ ਅਸੀਂ ਆਮ ਬੋਲਚਾਲ ਦੀ ਭਾਸ਼ਾ ਹੁੰਦੀ ਹੈ ਸਾਡੀ, ਤਾਂ ਉਹਦੇ ਵਿੱਚ ਕੀ ਹੈ ਬੱਚੇ ਨੂੰ ਦਿੱਕਤ ਆਊਗੀ, ਕਿਉਂਕਿ GTM ਦੇ ਵਿੱਚ ਬੱਚੇ ਨੂੰ ਬੋਲਣਾ ਤਾਂ ਸਿਖਾਇਆ ਹੀ ਨਹੀਂ ਜਾਂਦਾ, ਜਸਟ ਰੀਡ ਕਰਨਾ ਸਿਖਾਇਆ ਜਾਂਦਾ, ਜਾਂ ਫਿਰ ਗ੍ਰਾਮਰ ਦੇ ਅਕੋਰਡਿੰਗ ਉਹਨੂੰ ਲਿਖਣਾ ਸਿਖਾਇਆ ਜਾਂਦਾ ਗਾ। ਜਿਹੜੀ ਸਾਡੀ ਨੈਚੁਰਲ ਸਪੀਚ ਹੁੰਦੀ ਹੈਗੀ, ਬੱਚਾ ਉਹਦੇ ਵਿੱਚ ਪਿੱਛੇ ਰਹਿ ਜਾਂਦਾ। ਈਵਨ ਥਰੂ ਦਾ ਲਰਨਰ ਬਿਕਮ ਪ੍ਰੋਫੀਸ਼ੀਐਂਟ ਇਨ ਰੀਡਿੰਗ ਐਂਡ ਰਾਈਟਿੰਗ ਦਾ ਟਾਰਗੇਟ ਲੈਂਗੁਏਜ। ਭਾਵੇਂ ਕਿ ਜਿਹੜਾ ਬੱਚਾ ਗਾ ਲਰਨਰ ਆ, ਜੋ ਸਿੱਖ ਰਿਹਾ ਹੈਗਾ ਟਾਰਗੇਟ ਲੈਂਗੁਏਜ ਨੂੰ GTM ਦੇ ਥਰੂ ਸਿੱਖ ਰਿਹਾ ਜਿਹੜਾ, ਉਹ ਭਾਵੇਂ ਕਿ ਟਾਰਗੇਟ ਲੈਂਗੁਏਜ ਨੂੰ ਰੀਡ ਕਰਨ ਦੇ ਵਿੱਚ ਜਾਂ ਉਹਨੂੰ ਲਿਖਣ ਦੇ ਵਿੱਚ ਤਾਂ ਪ੍ਰੋਫੀਸ਼ੀਐਂਟ ਹੋ ਜਾਂਦਾ, ਬਟ ਦੇ ਕੈਨ ਨਾਟ ਆਫਨ ਨੈਗੋਸ਼ੀਏਟ ਅ ਸਿੰਪਲ ਕਮਿਊਨੀਕੇਟਿਵ ਇਨਕਾਊਂਟਰ। ਕਮਿਊਨੀਕੇਟਿਵ ਤਾਂ ਕੀ ਹੈਗਾ ਬੱਚਾ, ਉਹ ਮਤਲਬ ਕਿ ਇੱਕ ਕਮਿਊਨੀਕੇਟ ਨਹੀਂ ਕਰ ਪਾਉਂਦਾ ਹੈਗਾ ਟਾਰਗੇਟ ਲੈਂਗੁਏਜ ਦੇ ਵਿੱਚ, ਇੰਨੀ ਕੁ ਉਹਦੇ ਵਿੱਚ ਦਿੱਕਤ ਰਹਿੰਦੀ ਆ, ਕਿਉਂਕਿ ਉਹਦੇ ਵਿੱਚ ਉਹਨੂੰ ਸਪੋਕਨ ਵੱਲ ਤਾਂ ਧਿਆਨ ਹੀ ਨਹੀਂ ਦਿੱਤਾ ਜਾਂਦਾ। ਠੀਕ ਹੈ, ਨੈਕਸਟ ਅਸੀਂ ਦੇਖਦੇ ਜੀ ਡਾਇਰੈਕਟ ਮੈਥਡ ਕਿਹੜਾ ਹੁੰਦਾ। ਡਾਇਰੈਕਟ ਮੈਥਡ ਹੁਣ ਕੀ ਹੈਗਾ, ਇਹਦੇ ਵਿੱਚ ਜਿੱਦਾਂ ਅਸੀਂ GTM ਦਾ ਤਾਂ ਵੇਖਦੇ ਹਾਂ ਨਾ ਕਿ ਉਹਨੂੰ ਟਰਾਂਸਲੇਟ ਕਰਕੇ ਸਿਖਾਇਆ ਜਾਂਦਾ, ਟਾਰਗੇਟ ਲੈਂਗੁਏਜ ਨੂੰ ਮਦਰ ਟੰਗ ਦੇ ਵਿੱਚ ਕੀ ਹੈਗਾ ਟਰਾਂਸਲੇਟ ਕਰ ਦਿੰਦੇ ਨੇ। ਪਰ ਡਾਇਰੈਕਟ ਮੈਥਡ ਦੇ ਵਿੱਚ ਕੀ ਹੈ, ਡਾਇਰੈਕਟ ਜਿਹੜੀ ਲੈਂਗੁਏਜ ਅਸੀਂ ਬੱਚੇ ਨੂੰ ਸਿਖਾਉਣੀ ਆ ਉਹਦੇ ਵਿੱਚ ਹੀ ਸਿਖਾਉਣਾ ਗਾ, ਉਹਦੇ ਵਿੱਚ ਕੋਈ ਵੀ ਟਰਾਂਸਲੇਸ਼ਨ ਨਹੀਂ ਹੈਗੀ, ਕੋਈ ਅਦਰ ਲੈਂਗੁਏਜ, ਕੋਈ ਮਦਰ ਟੰਗ ਦੀ ਯੂਜ਼ ਨਹੀਂ ਕੀਤੀ ਜਾਂਦੀ ਇਹਦੇ ਵਿੱਚ। ਇਟ ਇਜ਼ ਆਲਸੋ ਨੋਨ ਐਜ਼ ਰਿਫਾਰਮਡ ਨੈਚੁਰਲ ਮੈਥਡ। ਤਾਂ ਇਹਨੂੰ ਕੀ ਹੈਗਾ ਨੈਚੁਰਲ ਮੈਥਡ ਕਹਿੰਦੇ ਨੇ, ਜਾਂ ਰਿਫਾਰਮਡ ਮਤਲਬ ਸੁਧਾਰਿਆ ਹੋਇਆ। ਤਾਂ ਕਿਹਦਾ ਸੁਧਾਰਿਆ ਹੋਇਆ ਰੂਪ ਆ? GTM ਦਾ। ਓਕੇ, ਅਪੋਜ਼ਿਟ ਆਫ ਗ੍ਰਾਮਰ ਟਰਾਂਸਲੇਸ਼ਨ ਮੈਥਡ। ਕਹਿੰਦੇ ਇਹ ਗ੍ਰਾਮਰ ਟਰਾਂਸਲੇਸ਼ਨ ਮੈਥਡ ਦੇ ਅਪੋਜ਼ਿਟ ਹੈਗਾ, ਇਹ ਬਿਲਕੁਲ ਉਲਟਾ ਹੈਗਾ ਉਹਦੇ। ਯੂਜ਼ ਆਫ ਮਦਰ ਟੰਗ ਇਜ਼ ਡਿਸਕਰੇਜਡ। ਇਹਦੇ ਵਿੱਚ ਕੀ ਹੈ, ਮਦਰ ਟੰਗ ਦਾ ਯੂਜ਼ ਕਰਨਾ ਕੀ ਹੈ ਡਿਸਕਰੇਜ ਕੀਤਾ ਜਾਂਦਾ, ਬੱਚਿਆਂ ਨੂੰ ਨਹੀਂ ਕੀਤਾ, ਮਦਰ ਟੰਗ ਯੂਜ਼ ਨਹੀਂ ਕਰਨ ਦਿੱਤੀ ਜਾਂਦੀ।
ਅਟੈਂਸ਼ਨ ਇਜ਼ ਔਨ ਲਿਸਨਿੰਗ ਐਂਡ ਸਪੀਕਿੰਗ। ਇਹਦੇ ਵਿੱਚ ਕੀ ਹੋਣਾ, ਕਿਹੜੀ ਸਕਿੱਲ ਆ ਗਈ ਸਾਡੀ, ਲਿਸਨਿੰਗ ਐਂਡ ਸਪੀਕਿੰਗ। ਤਾਂ ਇਹਦੇ ਵਿੱਚ ਅਟੈਂਸ਼ਨ ਕਿਸ ਚੀਜ਼ ਦੇ ਉੱਪਰ ਫੋਕਸ ਕੀਤਾ ਜਾਂਦਾ ਜੀ, ਲਿਸਨਿੰਗ ਦੇ ਉੱਪਰ ਤੇ ਸਪੀਕਿੰਗ ਦੇ ਉੱਪਰ, ਬੋਲਣ ਦੇ ਉੱਪਰ ਤੇ ਸੁਣਨ ਦੇ ਉੱਪਰ। ਠੀਕ ਹੈ, ਡਾਇਰੈਕਟ ਦੇ ਵਿੱਚ ਟੀਚਰ ਜਿਹੜੀ ਲੈਂਗੁਏਜ ਨੂੰ ਸਿਖਾਉਣਾ ਅਸੀਂ ਟਾਰਗੇਟ ਹੈਗਾ ਉਹਦੇ ਵਿੱਚ ਹੀ ਬੋਲਦੇ ਨੇ ਤੇ ਬੱਚੇ ਉਸੇ ਲੈਂਗੁਏਜ ਨੂੰ ਸੁਣਨਗੇ। ਠੀਕ ਹੈ, ਉਹਨਾਂ ਨੂੰ ਕੋਈ ਵੀ ਟਰਾਂਸਲੇਟ ਨਹੀਂ ਕਰਾਇਆ ਜਾਂਦਾ ਹੈਗਾ। ਗ੍ਰਾਮਰ ਇਜ਼ ਟੌਟ ਇੰਡਕਟਿਵਲੀ ਐਂਡ ਇਨਡਾਇਰੈਕਟਲੀ। ਇਹਦੇ ਵਿੱਚ ਗ੍ਰਾਮਰ ਹੈ ਜਿਹੜੀ ਉਹ ਇੰਡਕਟਿਵਲੀ ਸਿਖਾਈ ਜਾਂਦੀ ਹੈ। ਇੰਡਕਟਿਵਲੀ ਮਤਲਬ ਕੀ ਹੁੰਦਾ ਗਾ, ਆਗਮਨ ਵਿਧੀ ਰਾਹੀਂ ਹੈ ਨਾ, ਜਿੱਦਾਂ ਪਹਿਲਾਂ ਐਗਜ਼ਾਮਪਲ ਦੇ ਕੇ ਬਾਅਦ ਵਿੱਚ ਕੀ ਹੈਗਾ ਉਹਨੂੰ ਫਿਰ ਮਤਲਬ ਕਿ ਉਹਦਾ ਰੂਲ ਵਗੈਰਾ ਸਿਖਾਏ ਜਾਂਦੇ ਨੇ, ਇਸ ਤਰ੍ਹਾਂ ਨਾਲ ਗ੍ਰਾਮਰ ਸਿਖਾਈ ਜਾਂਦੀ ਹੈ, ਡਾਇਰੈਕਟ ਨਹੀਂ ਸਿਖਾਈ ਜਾਂਦੀ। ਇਟ ਏਮਸ ਟੂ ਕ੍ਰੀਏਟ ਅ ਡਾਇਰੈਕਟ ਬੌਂਡ ਬਿਟਵੀਨ ਦ ਵਰਡਸ ਐਂਡ ਦੇਅਰ ਮੀਨਿੰਗਸ, ਥਾਟ ਐਂਡ ਐਕਸਪ੍ਰੈਸ਼ਨ। ਥਾਟਸ ਐਸ ਇੱਥੇ ਹੋਣੀ ਸੀ। ਠੀਕ ਹੈ ਜੀ, ਤਾਂ ਇਹਦਾ ਏਮ ਕੀ ਹੁੰਦਾ ਗਾ, ਵੀ ਕੀ ਚੀਜ਼ ਨੂੰ ਮੇਨ ਇਹਦੇ ਵਿੱਚ ਹੁੰਦਾ ਗਾ ਕਿ ਜਿਹੜੇ ਵੀ ਸ਼ਬਦ ਨੇਗੇ ਤੇ ਉਹਨਾਂ ਦੇ ਮੀਨਿੰਗ ਨੇਗੇ ਨਾ ਜਿਹੜੇ, ਤਾਂ ਜਿਹੜੇ ਥਾਟਸ ਨੇ, ਐਕਸਪ੍ਰੈਸ਼ਨਸ ਨੇਗੇ, ਉਹਨਾਂ ਦੇ ਵਿੱਚ ਇੱਕ ਸੰਬੰਧ ਕਾਇਮ ਕਰਨਾ, ਡਾਇਰੈਕਟ ਸੰਬੰਧ ਕਾਇਮ ਕਰਨਾ। ਇਹ ਨਹੀਂ ਹੈਗਾ ਕਿ ਬੱਚੇ ਦੇ ਜਿਹੜੇ ਹੈਗੇ ਨੇ ਮਾਈਂਡ ਦੇ ਵਿੱਚ ਥਾਟ ਚੱਲ ਰਹੇ ਨੇ ਮਦਰ ਟੰਗ ਦੇ ਵਿੱਚ ਤੇ ਉਹਨੂੰ ਹੌਲੀ ਹੌਲੀ ਕੀ ਕਨਵਰਟ ਕਰ ਰਿਹਾ ਹੈ ਨਾ, ਜਾਂ ਪਹਿਲਾਂ ਉਹਨੇ ਮਦਰ ਟੰਗ ਦੇ ਵਿੱਚ ਇੱਥੇ ਲਿਖਿਆ ਬਾਅਦ ਵਿੱਚ ਉਹਨੂੰ ਕੀ ਹੈਗਾ ਟਾਰਗੇਟ ਲੈਂਗੁਏਜ ਦੇ ਵਿੱਚ ਸਿਖਾਇਆ, ਜਾਂ ਪਹਿਲਾਂ ਉਹਨੇ ਜੋ ਵੀ ਪੜ੍ਹਿਆ ਗਾ ਤਾਂ ਟਾਰਗੇਟ ਲੈਂਗੁਏਜ ਵਿੱਚ ਪੜ੍ਹਿਆ, ਮਤਲਬ ਇੰਗਲਿਸ਼ ਵਿੱਚ ਪੜ੍ਹਿਆ, ਬਾਅਦ 'ਚ ਉਹਨੂੰ ਟਰਾਂਸਲੇਟ ਉਹਦੀ ਮਦਰ ਟੰਗ ਦੇ ਵਿੱਚ ਕਰਕੇ ਉਹਨੂੰ ਕੀ ਸਮਝਾਇਆ ਜਾਂਦਾ। ਤਾਂ ਜਿਹੜਾ ਵੀ ਵਰਡ ਮੀਨਿੰਗ ਹੁੰਦੇ ਨੇ, ਥਾਟਸ, ਐਕਸਪ੍ਰੈਸ਼ਨਸ ਹੁੰਦੇ ਨੇਗੇ, ਉਹਨਾਂ ਨੂੰ ਸੇਮ ਐਜ਼ ਇਟ ਇਜ਼ ਡਾਇਰੈਕਟ ਹੀ ਸਿਖਾਏ ਜਾਂਦੇ ਨੇ ਬੱਚੇ ਨੂੰ। ਸੈਂਟੈਂਸ ਇਜ਼ ਦਾ ਯੂਨਿਟ ਆਫ ਸਪੀਚ। ਹੁਣ ਜਿੱਦਾਂ ਅਸੀਂ ਉਹਦੇ ਵਿੱਚ ਦੇਖਿਆ ਸੀ, ਉਹਦੇ ਵਿੱਚ ਕੀ ਸੀਗਾ, GTM ਦੇ ਵਿੱਚ ਵਰਡ ਹੁੰਦਾ ਹੈ ਨਾ ਯੂਨਿਟ ਸਪੀਚ ਦਾ, ਕੱਲੇ ਕੱਲੇ ਸ਼ਬਦ ਦੇ ਉੱਪਰ ਫੋਕਸ ਕੀਤਾ ਜਾਂਦਾ। ਇਹਦੇ ਵਿੱਚ ਪੂਰੇ ਸੈਂਟੈਂਸ ਦੇ ਉੱਪਰ ਧਿਆਨ ਦਿੱਤਾ ਜਾਂਦਾ, ਸੈਂਟੈਂਸ ਬਣਾਉਣਾ ਕਿਵੇਂ ਆ। ਓਕੇ, ਨੈਕਸਟ ਜੀ ਮੈਰਿਟਸ ਦੇਖਦੇ ਹਾਂ, ਕੀ ਗੁਣ ਹੁੰਦੇ ਨੇਗੇ ਆਪਣੇ ਡਾਇਰੈਕਟ ਮੈਥਡ ਦੇ। ਇੰਗਲਿਸ਼ ਲੈਂਗੁਏਜ ਇਜ਼ ਟੌਟ ਇਨ ਦਾ ਸੇਮ ਵੇ ਇਨ ਵਿਚ ਦਾ ਚਾਈਲਡ ਲਰਨਸ ਹਿਜ਼ ਓਨ ਮਦਰ ਟੰਗ। ਠੀਕ ਹੈ, ਇਹਦੇ ਵਿੱਚ ਇੰਗਲਿਸ਼ ਕਹਿੰਦੇ ਉਸੇ ਵੇ ਦੇ ਨਾਲ ਸਿਖਾਈ ਜਾਂਦੀ ਹੈ ਜਿੱਦਾਂ ਬੱਚਾ ਕੀ ਆਪਣੀ ਮਦਰ ਟੰਗ ਨੂੰ ਸਿੱਖਦਾ ਹੈਗਾ ਨੈਚੁਰਲੀ, ਹੈ ਨਾ, ਤਾਂ ਉਸ ਤਰ੍ਹਾਂ ਨਾਲ ਇੰਗਲਿਸ਼ ਸਿਖਾਈ ਜਾਂਦੀ ਹੈ। ਇਟ ਗਿਵਜ਼ ਅ ਰੀਅਲ ਕਮਾਂਡ ਓਵਰ ਦਾ ਇੰਗਲਿਸ਼ ਲੈਂਗੁਏਜ। ਇਹਦੇ ਨਾਲ ਕੀ ਹੈਗਾ, ਇੰਗਲਿਸ਼ ਲੈਂਗੁਏਜ ਦੇ ਉੱਪਰ ਬੱਚੇ ਦੀ ਕੀ ਹੈਗਾ ਇੱਕ ਰੀਅਲ ਕਮਾਂਡ ਹੋ ਜਾਂਦੀ ਹੈ, ਮਤਲਬ ਬੱਚਾ ਰਿਐਲਿਟੀ ਦੇ ਵਿੱਚ ਸਹੀ ਤਰੀਕੇ ਨਾਲ ਬੋਲਣਾ ਵੀ ਸਿੱਖ ਜਾਂਦਾ, ਉਹਨੂੰ ਲਿਖਣਾ ਪੜ੍ਹਨਾ ਹੈਗਾ ਜਿਹੜਾ ਇੰਗਲਿਸ਼ ਨੂੰ ਡਾਇਰੈਕਟ ਮੈਥਡ ਦੇ ਥਰੂ ਸਿੱਖਦਾ। ਇਟ ਡਿਵੈਲਪਸ ਅ ਬੈਟਰ ਐਕਸਪ੍ਰੈਸ਼ਨ ਇਨ ਸਪੀਚ ਐਂਡ ਇਨ ਰਾਈਟਿੰਗ। ਤਾਂ ਇਹਦੇ ਨਾਲ ਕੀ ਹੈਗਾ, ਮਤਲਬ ਬੱਚੇ ਨੂੰ ਕੀ ਹੈਗਾ ਸਪੀਚ ਜੋ ਵੀ ਕੁਛ ਉਹਨੇ ਬੋਲਣਾ ਗਾ ਜਾਂ ਲਿਖਣਾ ਗਾ ਤਾਂ ਉਹਨੂੰ ਅੱਛੇ ਤਰੀਕੇ ਨਾਲ ਕੀ ਐਕਸਪ੍ਰੈਸ ਕਰ ਪਾਉਂਦਾ ਗਾ ਬੱਚਾ ਡਾਇਰੈਕਟ ਮੈਥਡ ਦੇ ਵਿੱਚ। ਤਾਂ ਇਹ ਤਾਂ ਨੈਚੁਰਲੀ ਗੱਲ ਠੀਕ ਹੈਗੀ, ਕਿਉਂਕਿ ਜਦੋਂ ਬੱਚੇ ਨੂੰ ਆਪਾਂ ਜੇ ਇੰਗਲਿਸ਼ ਹੀ ਸਿਖਾਉਣੀ ਆ ਤਾਂ ਜਦੋਂ ਉਹਨੂੰ ਸਾਰਾ ਅਸੀਂ ਓਵਰਆਲ ਇੰਗਲਿਸ਼ ਹੀ ਬੋਲੀ ਜਾ ਰਹੇ, ਇੰਗਲਿਸ਼ ਉਹ ਤੋਂ ਸੁਣੀ ਜਾ ਰਹੇ ਹੈਗੇ, ਤਾਂ ਉਹਦਾ ਕਮਿਊਨੀਕੇਸ਼ਨ ਇੰਗਲਿਸ਼ ਦੇ ਵਿੱਚ ਹੋ ਰਿਹਾ ਹੈਗਾ, ਤਾਂ ਵਧੀਆ ਗੱਲ ਮਤਲਬ ਕਿ ਉਹ ਟਾਰਗੇਟ ਲੈਂਗੁਏਜ ਨੂੰ ਈਜ਼ੀਲੀ ਸਿੱਖ ਪਾਊਗਾ। ਫਿਰ ਡੀਮੈਰਿਟਸ ਦੇਖਦੇ ਇਹਦੇ ਕੀ ਡੀਮੈਰਿਟਸ ਹੁੰਦੀਆਂ ਨੇਗੀਆਂ। ਨੋ ਟਰਾਂਸਲੇਸ਼ਨ, ਇਹਦੇ ਵਿੱਚ ਕੀ ਹੈਗਾ ਜਿਹੜੇ ਬੱਚੇ ਪੂਅਰ ਸਟੂਡੈਂਟਸ ਹੁੰਦੇ ਨੇਗੇ ਹੈ ਨਾ, ਤਾਂ ਉਹਨਾਂ ਨੂੰ ਕੀ ਹੈਗਾ ਜਦੋਂ ਟਰਾਂਸਲੇਟ ਕਰਕੇ ਨਹੀਂ ਸਿਖਾਇਆ ਜਾਊਗਾ ਤਾਂ ਕਈ ਬੱਚਿਆਂ ਦਾ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਭ ਇੰਗਲਿਸ਼ ਦੇ ਵਿੱਚ ਸਮਝ ਸਕਣ। ਕਈਆਂ ਨੂੰ ਲੋੜ ਹੁੰਦੀ ਹੈ ਪੰਜਾਬੀ ਦੇ ਵਿੱਚ ਮਤਲਬ ਜਾਂ ਹਿੰਦੀ ਦੇ ਵਿੱਚ ਮਤਲਬ ਮਦਰ ਟੰਗ ਦੇ ਵਿੱਚ ਕਨਵਰਟ ਕਰਕੇ ਸਿਖਾਉਣ ਦੀ, ਤਾਂ ਉਹ ਬੱਚੇ ਕੀ ਹੈਗਾ ਇਹਨੂੰ ਈਜ਼ੀਲੀ ਸਿੱਖ ਨਹੀਂ ਪਾਉਂਦੇ ਹੈਗੇ। ਟਾਈਮ ਟੇਕਿੰਗ, ਇਹ ਬਹੁਤ ਜ਼ਿਆਦਾ ਟਾਈਮ ਲੈਂਦਾ ਹੈਗਾ ਕਹਿੰਦੇ, ਕਿ ਉਹਦੇ ਵਿੱਚ ਤਾਂ ਜਦੋਂ ਬੱਚੇ ਨੂੰ ਕੋਈ ਨਈ ਚੀਜ਼ ਸਮਝ ਆਈ ਹੈਗੀ ਗੀ ਕਿਸੇ ਵਿੱਚ ਆਪਾਂ ਮਦਰ ਟੰਗ ਦੇ ਵਿੱਚ ਕਨਵਰਟ ਕਰਕੇ ਸਮਝਾਤੀ ਬੱਚੇ ਨੂੰ ਤਾਂ ਈਜ਼ੀਲੀ ਸਮਝ ਪੈ ਜਾਂਦੀ ਆ। ਇਹਦੇ ਵਿੱਚ ਕੀ ਹੈ ਜਦੋਂ ਮਦਰ ਟੰਗ ਦਾ ਤਾਂ ਯੂਜ਼ ਹੀ ਨਹੀਂ ਕਰਨਾ, ਉਹਨੂੰ ਇੰਗਲਿਸ਼ ਟੂ ਇੰਗਲਿਸ਼ ਹੀ ਸਮਝਾਉਣੀ ਆ, ਤਾਂ ਉਹ ਵੀ ਬਹੁਤ ਜ਼ਿਆਦਾ ਟਾਈਮ ਲੈਂਦੀ ਆ। ਈਚ ਸਟੂਡੈਂਟ ਇਜ਼ ਨਾਟ ਸੈਟਿਸਫਾਈਡ, ਇਹਦੇ ਨਾਲ ਕੀ ਹੈ ਹਰ ਇੱਕ ਸਟੂਡੈਂਟ ਸੈਟਿਸਫਾਈ ਨਹੀਂ ਹੋ ਸਕਦਾ ਹੈਗਾ ਹੈ ਨਾ। ਉਹੀ ਗੱਲ ਆ ਜਾਂਦੀ ਵੀ ਕਈ ਬੱਚੇ ਹੌਲੀ ਸਿੱਖਣ ਵਾਲੇ ਹੁੰਦੇ ਨੇ ਜਾਂ ਮਦਰ ਟੰਗ ਦੇ ਵਿੱਚ ਈਜ਼ੀਲੀ ਸਿੱਖਦੇ ਨੇ, ਉਹਨਾਂ ਨੂੰ ਸਮਝ ਹੀ ਮਦਰ ਟੰਗ ਦੇ ਵਿੱਚ ਆਉਂਦਾ, ਜੇ ਉਹਨਾਂ ਨੂੰ ਆਪਾਂ ਚੇਂਜ ਕਰਕੇ ਦੱਸਾਂਗੇ ਗੱਲ ਹੈ ਨਾ ਤਾਂ ਉਹ ਪੂਰੇ ਦੇ ਪੂਰੇ ਸੈਟਿਸਫਾਈ ਨਹੀਂ ਹੋ ਪਾਉਂਦੇ ਹੈਗੇ। ਰਿਕੁਆਇਰਮੈਂਟ ਆਫ ਸਕਿਲਡ ਟੀਚਰ, ਇਹਦੇ ਨਾਲ ਕੀ ਹੈ ਬਹੁਤ ਹੀ ਸਕਿਲਡ ਟੀਚਰ ਦੀ ਲੋੜ ਹੁੰਦੀ ਹੈ, ਇਹ ਨਹੀਂ ਹੈਗਾ ਕਿ ਮਤਲਬ ਸਿੰਪਲ ਮਤਲਬ ਕੋਈ ਵੀ ਟੀਚਰ ਜਿਹੜਾ ਹੈਗਾ ਡਾਇਰੈਕਟ ਮੈਥਡ ਯੂਜ਼ ਕਰ ਸਕਦੇ ਹੈਗੇ। ਇਟ ਇਗਨੋਰਸ ਦਾ ਅਦਰ ਐਸਪੈਕਟਸ ਆਫ ਰੀਡਿੰਗ ਐਂਡ ਰਾਈਟਿੰਗ, ਤਾਂ ਜਿਸ ਤਰ੍ਹਾਂ ਨਾਲ ਅਸੀਂ GTM ਦੇਖਿਆ ਉਹ ਜਸਟ ਰੀਡਿੰਗ ਦੇ ਉੱਪਰ ਫੋਕਸ ਕਰਦੀ ਸੀ, ਉਹਨੇ LSW ਤਿੰਨੋਂ ਸਕਿੱਲਸ ਨੂੰ ਇਗਨੋਰ ਕੀਤਾ। ਤਾਂ ਇਹਦੇ ਵਿੱਚ ਕੀ ਹੈਗਾ ਲਿਸਨਿੰਗ ਤੇ ਸਪੀਕਿੰਗ ਦੋਨਾਂ ਦੇ ਉੱਪਰ ਫੋਕਸ ਕੀਤਾ ਜਾਂਦਾ, ਇਹਦੇ ਨਾਲ ਜਿਹੜੀ ਸਾਡੀ ਰੀਡਿੰਗ ਤੇ ਰਾਈਟਿੰਗ ਆ ਉਹ ਇਗਨੋਰ ਹੁੰਦੀ ਆ। ਐਕਸਪੈਂਸਿਵ ਬਿਕੋਜ਼ ਆਫ ਦਾ ਯੂਜ਼ ਆਫ ਆਡੀਓ ਵਿਜ਼ੂਅਲ ਏਡਸ, ਤਾਂ ਜਿਹੜੇ ਸਾਡੇ ਆਡੀਓ ਵਿਜ਼ੂਅਲ ਏਡਸ ਅਸੀਂ ਯੂਜ਼ ਕਰਦੇ ਹਾਂ ਬੱਚੇ ਨੂੰ ਸਿਖਾਉਣ ਦੇ ਲਈ, ਤਾਂ ਜਦੋਂ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਤਾਂ ਇਹਦੇ ਨਾਲ ਕੀ ਐਕਸਪੈਂਸਿਵ ਹੋ ਜਾਂਦਾ, ਬਹੁਤ ਜ਼ਿਆਦਾ ਕੀਮਤੀ ਹੋ ਜਾਂਦੇ ਆ ਇਹ ਵਾਲਾ ਮੈਥਡ। ਨੈਕਸਟ ਥਰਡ ਮੈਥਡ ਆ ਜਾਂਦੇ ਸਾਡਾ ਡਾਕਟਰ ਵੈਸਟਸ ਨਿਊ ਮੈਥਡ। ਡਾਕਟਰ ਵੈਸਟ ਨੇ ਦਿੱਤਾ ਹੋਇਆ ਗਾ ਮੈਥਡ ਇੱਕ, ਇਟ ਵਾਜ਼ ਗਿਵਨ ਬਾਈ ਡਾਕਟਰ ਮਾਈਕਲ ਵੈਸਟ ਦੁਆਰਾ ਦਿੱਤਾ ਗਿਆ ਮੈਥਡ ਆ ਕਹਿੰਦੇ ਇਟ ਵਾਜ਼ ਅਗੇਂਸਟ ਦਾ ਡਾਇਰੈਕਟ ਮੈਥਡ। ਹੁਣ ਅਸੀਂ ਦੇਖਿਆ ਪਹਿਲਾਂ ਆਇਆ ਸੀ GTM ਦੇ ਅਪੋਜ਼ਿਟ ਆਇਆ ਡਾਇਰੈਕਟ ਮੈਥਡ ਦੇ ਅਪੋਜ਼ਿਟ ਕਿਹੜਾ ਆ ਗਿਆ ਡਾਕਟਰ ਵੈਸਟ ਦਾ ਮੈਥਡ ਆ ਗਿਆ। ਇਟ ਫੇਵਰਸ ਜੁਡੀਸ਼ੀਅਸ ਯੂਜ਼ ਆਫ ਮਦਰ ਟੰਗ, ਕਹਿੰਦਾ ਮਦਰ ਟੰਗ ਦਾ ਯੂਜ਼ ਹੋਣਾ ਚਾਹੀਦਾ ਥੋੜ੍ਹਾ ਬਹੁਤਾ, ਮਤਲਬ ਜੁਡੀਸ਼ੀਅਸ ਮਤਲਬ ਇੰਨਾ ਕੁ ਨਿਆਂਪੂਰਨ ਕਹਿਣ ਦਾ ਭਾਵ ਆ ਇਹ ਨਹੀਂ ਹੈਗਾ GTM ਦੀ ਤਰ੍ਹਾਂ ਹੀ ਅਸੀਂ ਓਵਰਆਲ ਸਾਰਾ ਉਹਨੂੰ ਮਦਰ ਟੰਗ ਦੇ ਵਿੱਚ ਹੀ ਕਨਵਰਟ ਕਰ ਦਈਏ।
ਇਹ ਵੀ ਨਹੀਂ ਹੈਗਾ ਵੀ ਡਾਇਰੈਕਟ ਮੈਥਡ ਦੀ ਤਰ੍ਹਾਂ ਬਿਲਕੁਲ ਹੀ ਯੂਜ਼ ਨਾ ਕਰੀ ਜਾਵੇ ਮਦਰ ਟੰਗ, ਵੀ ਥੋੜੀ ਬਹੁਤੀ ਯੂਜ਼ ਹੋਣੀ ਚਾਹੀਦੀ ਹੈ ਜਿੰਨੇ ਕਿ ਬੱਚੇ ਨੂੰ ਲੋੜ ਹੈਗੀ, ਸਮਝਾਉਣ ਤੱਕ ਤਾਂ ਉਹਨੂੰ ਜ਼ਰੂਰਤ ਪੈਂਦੀ ਹੈ। ਕਹਿੰਦੇ ਡਾਕਟਰ ਵੈਸਟ ਗਿਵਸ ਇੰਫੈਸਿਸ ਔਨ 2 ਟਾਈਪਸ ਆਫ ਰੀਡਿੰਗ, ਕਹਿੰਦੇ 2 ਪ੍ਰਕਾਰ ਦੀ ਰੀਡਿੰਗ ਦੇ ਉੱਪਰ ਜ਼ੋਰ ਦਿੰਦਾ ਡਾਕਟਰ, ਕਹਿੰਦੇ ਕਿਹੜਾ ਹੈਗਾ ਔਰਲ ਰੀਡਿੰਗ ਤੇ ਸਾਇਲੈਂਟ ਰੀਡਿੰਗ, 2 ਪ੍ਰਕਾਰ ਦੀ ਹੋਗੀ ਔਰਲ ਤੇ ਸਾਇਲੈਂਟ, ਠੀਕ ਹੈ। ਮਤਲਬ ਰੀਡਿੰਗ ਨੂੰ ਜ਼ਿਆਦਾ ਫੋਕਸ ਕੀਤਾ ਗਿਆ ਡਾਕਟਰ ਵੈਸਟ ਦੇ ਮੈਥਡ ਦੇ ਵਿੱਚ। ਸੱਚ ਕਾइंड ऑफ रीडिंग इज़ यूजफुल फॉर ड्रिलिंग एंड मेक करैक्ट प्रोनाउंसिएशन, तो इस प्रकार की जी रीडिंग होंगी हैगी ये किस चीज़ लिए यूजफुल होंगी हैगी, ड्रिलिंग करने दी प्रैक्टिस करने लिए, तो जी साडी प्रोनाउंसिएशन हैगी उन्होंने सही करने के लिए बार बार है ना, तो असं बोल के वेखते हैं जो पढ़ते हैंगे ਉਹਦੇ ਨਾਲ ਕੀ ਹੈਗਾ, ਚਾਹੇ ਅਸੀਂ ਔਰਲ ਰੀਡਿੰਗ ਕਰ ਰਹੇ ਹਾਂ ਜਾਂ ਅਸੀਂ ਸਾਇਲੈਂਟ ਰੀਡਿੰਗ ਕਰ ਰਹੇ ਹਾਂ, ਮਤਲਬ ਪ੍ਰੋਫਿਟ ਸਾਨੂੰ ਦਿੰਦੀ ਆ। ਇਟ ਇਗਨੋਰਸ ਦਾ ਸਕਿੱਲ ਆਫ ਲਿਸਨਿੰਗ ਰੀਡਿੰਗ ਐਂਡ ਰਾਈਟਿੰਗ, ਤਾਂ ਇਹਦੇ ਨਾਲ ਕੀ ਹੈਗਾ ਬਾਕੀ ਦੀ ਸਕਿੱਲਸ ਨੇਗੀਆਂ ਜਿਹੜੀਆਂ ਉਹ ਉਹਨਾਂ ਨੂੰ ਕੀ ਕੀਤਾ ਜਾਂਦਾ ਇਹਦੇ ਵਿੱਚ ਇਗਨੋਰ ਕੀਤਾ ਜਾਂਦਾ ਹੈਗਾ। ਓਕੇ, ਜਿਹੜਾ ਹੈਗਾ ਆਪਣਾ ਇੱਥੇ ਰੀਡਿੰਗ ਨਹੀਂ ਹੋਣਾ ਸੀ, ਇੱਥੇ ਸਪੀਕਿੰਗ ਆਏਗਾ। ਨੈਕਸਟ ਵੇਖਦੇ ਹਾਂ ਜੀ, 4th ਆ ਗਿਆ ਸਾਡਾ ਬਾਇਲਿੰਗੁਅਲ ਮੈਥਡ। ਬਾਇਲਿੰਗੁਅਲ ਹੁਣ ਸਾਨੂੰ ਬਾਏ ਦਾ ਮਤਲਬ ਕੀ ਹੁੰਦਾ 2 ਹੈ ਨਾ, ਲਿੰਗੁਅਲ ਮਤਲਬ ਭਾਸ਼ਾਵਾਂ, 2 ਭਾਸ਼ਾਈ ਮੈਥਡ ਕਿਹੜਾ ਹੈਗਾ ਜਿਹਦੇ ਵਿੱਚ ਹੁਣ ਸਾਹਮਣੇ ਪਤਾ ਲੱਗ ਰਿਹਾ ਵੀ ਮਦਰ ਟੰਗ ਦਾ ਯੂਜ਼ ਕੀਤਾ ਜਾਏਗਾ ਕਿਉਂਕਿ 2 ਭਾਸ਼ਾਵਾਂ ਬੋਲਣੀਆਂ। ਇਟ ਵਾਜ਼ ਡਿਵੈਲਪਡ ਬਾਏ CJ ਡਾਟਸਨ, CJ ਡਾਟਸਨ ਦੁਆਰਾ ਡਿਵੈਲਪ ਕੀਤਾ ਗਿਆ ਸੀ ਇਹ ਮੈਥਡ। ਦ ਹੈਲਪ ਆਫ ਮਦਰ ਟੰਗ ਇਜ਼ ਆਲਸੋ ਟੇਕਨ ਹੀਅਰ ਅਲੋਂਗ ਵਿਦ ਦ ਟਾਰਗੇਟ ਲੈਂਗੁਏਜ। ਇਹਦੇ ਵਿੱਚ ਇੱਕ ਗੱਲ ਇਹ ਹੁੰਦੀ ਹੈ ਕਿ ਮਦਰ ਟੰਗ ਦਾ ਯੂਜ਼ ਤਾਂ ਕੀਤਾ ਜਾਂਦਾ ਟਾਰਗੇਟ ਲੈਂਗੁਏਜ ਦੇ ਨਾਲ ਨਾਲ ਮਦਰ ਟੰਗ ਯੂਜ਼ ਕੀਤੀ ਜਾਂਦੀ ਹੈ, ਬਟ ਜਿੰਨੀ ਕੁ ਲੋੜ ਹੈ ਉਨੀ ਕੁ ਕੀਤੀ ਜਾਂਦੀ ਹੈ, ਅਤੇ ਕੀਤੀ ਵੀ ਟੀਚਰ ਵੱਲੋਂ ਜਾਂਦੀ ਆ, ਬੱਚਿਆਂ ਨੂੰ ਨਹੀਂ ਅਲਾਓ ਕੀਤਾ ਜਾਂਦਾ ਹੈਗਾ ਕਿ ਉਹ ਟਾਰਗੇਟ ਮਦਰ ਟੰਗ ਨੂੰ ਯੂਜ਼ ਕਰਨ, ਠੀਕ ਹੈ। ਚਿਲਡਰਨ ਆਰ ਨਾਟ ਅਲਾਊਡ ਟੂ ਯੂਜ਼ ਮਦਰ ਟੰਗ, ਟੀਚਰ ਯੂਜ਼ਜ਼ ਇਟ ਵੈਨ ਨੀਡਡ, ਕਹਿੰਦੇ ਬੱਚਿਆਂ ਨੂੰ ਤਾਂ ਅਲਾਓ ਹੀ ਨਹੀਂ ਕੀਤਾ ਜਾਂਦਾ ਹੈਗਾ ਵੀ ਮਦਰ ਟੰਗ ਦਾ ਯੂਜ਼ ਕਰਨਾ ਉਹਨਾਂ ਨੇ, ਤਾਂ ਟੀਚਰ ਵੀ ਉਦੋਂ ਯੂਜ਼ ਕਰਦੇ ਨੇ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈਗੀ ਕਿ ਹਾਂ ਕੋਈ ਔਖੇ ਸ਼ਬਦ ਦਾ ਮੀਨਿੰਗ ਦੱਸਣਾ ਉਹਨਾਂ ਨੇ, ਤਾਂ ਬੱਚੇ ਨੂੰ ਮਦਰ ਟੰਗ ਦੇ ਵਿੱਚ ਦੱਸਣਾ ਪੈਂਦਾ। ਇਹ ਕਹਿੰਦੇ ਸੈਂਡਵਿਚ ਟੈਕਨੀਕ ਇਜ਼ ਯੂਜ਼ਡ, ਇਹਦੇ ਵਿੱਚ ਸੈਂਡਵਿਚ ਟੈਕਨੀਕ ਯੂਜ਼ ਕੀਤੀ ਜਾਂਦੀ ਆ। ਤਾਂ ਸੈਂਡਵਿਚ ਟੈਕਨੀਕ ਜਿਸ ਤਰ੍ਹਾਂ ਨਾਲ ਉਹਦੇ ਵਿੱਚ ਹੁੰਦਾ ਗਾ ਬ੍ਰੈਡ ਹੁੰਦਾ, ਫਿਰ ਮਟੀਰੀਅਲ ਹੁੰਦਾ, ਫਿਰ ਬ੍ਰੈਡ ਹੁੰਦਾ, ਇਸ ਤਰ੍ਹਾਂ ਨਾਲ ਸੈਂਡਵਿਚ ਹੋ ਗਿਆ ਨਾ। ਤਾਂ ਇਸ ਤਰ੍ਹਾਂ ਇਹਦੇ ਵਿੱਚ ਕੀ ਹੁੰਦਾ ਜੀ, ਪਹਿਲਾਂ ਕਹਿੰਦੇ ਟਾਰਗੇਟ ਲੈਂਗੁਏਜ ਬੋਲੀ ਜਾਏਗੀ, ਫਿਰ ਬੱਚੇ ਦੀ ਮਦਰ ਟੰਗ ਬੋਲੀ ਜਾਏਗੀ, ਫਿਰ ਟਾਰਗੇਟ ਲੈਂਗੁਏਜ ਬੋਲੀ ਜਾਏਗੀ, ਇਹਨੂੰ ਕਹਿ ਦਿੰਦੇ ਨੇ ਇਹ ਸੈਂਡਵਿਚ ਟੈਕਨੀਕ ਹੈ, ਠੀਕ ਹੈ। ਟੀਚਰ ਨੇ ਪਹਿਲਾਂ ਟਾਰਗੇਟ ਲੈਂਗੁਏਜ ਦੇ ਵਿੱਚ ਦੱਸਿਆ ਉਹਨਾਂ ਨੂੰ ਸੈਂਟੈਂਸ, ਤੇ ਬਾਅਦ ਵਿੱਚ ਉਹਨਾਂ ਨੂੰ ਕੀ ਹੈ ਮਦਰ ਟੰਗ ਦੇ ਵਿੱਚ ਕਨਵਰਟ ਕਰਤਾ, ਦੈਨ ਫਿਰ ਉਹਨਾਂ ਨੂੰ ਕੀ ਕੀਤਾ ਜਾਂਦਾ ਜੀ ਟਾਰਗੇਟ ਲੈਂਗੁਏਜ ਦੇ ਵਿੱਚ ਕਨਵਰਟ ਕਰਕੇ ਬੱਚਿਆਂ ਤੱਕ ਪਹੁੰਚਾਇਆ ਜਾਂਦਾ। ਤਾਂ ਇਸ ਤਰ੍ਹਾਂ ਨਾਲ ਇਹ ਸੈਂਡਵਿਚ ਟੈਕਨੀਕ ਹੋ ਜਾਂਦੀ ਆ। ਜਿਵੇਂ ਕੀ ਆ ਸੈਂਟੈਂਸ ਆ ਹੀ ਲਾਈਕਸ ਪੀਜ਼ਾ, ਓਕੇ, ਫਿਰ ਉਹਨਾਂ ਨੇ ਕੀ ਕੀਤਾ ਉਹ ਪੀਜ਼ਾ ਪਸੰਦ ਕਰਦਾ ਹੈ ਨਾ, ਜਾਂ ਉਸਨੂੰ ਪੀਜ਼ਾ ਪਸੰਦ ਹੈ, ਤਾਂ ਇਹ ਕੀ ਹੋ ਗਿਆ ਮਦਰ ਟੰਗ ਯੂਜ਼ ਕਰਤੀ, ਦੈਨ ਫਿਰ ਇਹੀ ਗੱਲ ਉਹਨਾਂ ਨੇ ਦੁਹਰਾਈ ਹੈ, ਦੁਬਾਰਾ ਰਿਪੀਟ ਕੀਤੀ ਹੀ ਲਾਈਕਸ ਪੀਜ਼ਾ, ਓਕੇ। ਤਾਂ ਫਿਰ ਇਹ ਸੈਂਡਵਿਚ ਟੈਕਨੀਕ ਹੋ ਗਈ ਟਾਰਗੇਟ ਲੈਂਗੁਏਜ, ਮਦਰ ਟੰਗ, ਟਾਰਗੇਟ ਲੈਂਗੁਏਜ। ਨੈਕਸਟ ਹੈਗੀ ਆਡੀਓ ਲਿੰਗੁਅਲ ਮੈਥਡ। ਆਡੀਓ ਲਿੰਗੁਅਲ ਮੈਥਡ ਕਿਹੜਾ ਹੁੰਦਾ ਹੈ, ਇਹਨੂੰ ਆਰਮੀ ਮੈਥਡ ਵੀ ਕਿਹਾ ਜਾਂਦਾ ਗਾ, ਥੋੜ੍ਹੇ ਜਿਹੇ ਲੋਕਾਂ ਦੇ ਦੁਆਰਾ ਕੀ ਹੈਗਾ ਇਹ ਮੈਥਡ ਕ੍ਰੀਏਟ ਕੀਤਾ ਜਾਂਦਾ ਗਾ। ਤਾਂ ਇਹ ਕੀ ਹੈਗਾ, ਇਹ ਨਹੀਂ ਹੈਗਾ ਗਾ ਕਿ ਆਪਾਂ ਬੁੱਕ ਦੇ ਵਿੱਚੋਂ ਪੜ੍ਹ ਕੇ ਲੈਂਗੁਏਜ ਨੂੰ ਸਿੱਖਦੇ ਹੈਗੇ ਜਾਂ ਕਿਵੇਂ ਵੀ, ਇਹ 'ਚ ਜਸਟ ਬੋਲ ਕੇ ਇੱਕ ਦੂਜੇ ਤੋਂ ਜਿਹੜੀ ਸਿੱਖੀ ਜਾਂਦੀ ਹੈਗੀ ਉਹ ਵਾਲੀ ਹੁੰਦੀ ਆ। ਦਿਸ ਪੈਟਰਨ ਪ੍ਰੈਕਟਿਸ ਐਂਡ ਡਰਿਲ ਪ੍ਰੋਡਿਊਸਡ ਬਾਈ ਓਨਲੀ ਲਿਮਿਟਿਡ ਲੈਂਗੁਏਜ, ਠੀਕ ਹੈ, ਬਹੁਤ ਹੀ ਲਿਮਿਟਿਡ ਲੈਂਗੁਏਜ ਹੁੰਦੀ ਆ ਇਸ ਪ੍ਰੈਕਟਿਸ ਦੁਆਰਾ ਕੀ ਜਿਹੜੀ ਪ੍ਰੋਡਿਊਸ ਕੀਤੀ ਜਾਂਦੀ ਆ। ਦੇਅਰ ਐਬਿਲਿਟੀ ਟੂ ਐਕਸਪ੍ਰੈਸ ਦੈਮਸੈਲਵਸ ਲਿਮਿਟਿਡ ਟੂ ਸੈਟ ਫਰੇਜ਼ਿਸ ਦੇ ਹੈਵ ਪ੍ਰੈਕਟਿਸਾਈਜ਼ਡ। ਤਾਂ ਇਹ ਇੱਕ ਤਰ੍ਹਾਂ ਨਾਲ ਆਰਮੀ ਮੈਥਡ ਹੁੰਦਾ। ਆਰਮੀ ਮੈਥਡ ਕੀ ਜਿੱਦਾਂ ਆਰਮੀ ਹੈਗੀ ਤਾਂ ਇਹ ਤਾਂ ਹੈ ਨਹੀਂ ਗਾ ਕਿ ਆਰਮੀ ਇੱਕੋ ਜਗ੍ਹਾ ਹੁੰਦੀ ਆ, ਆਰਮੀ ਦੀ ਯੂਨਿਟ ਤਾਂ ਬਹੁਤ ਸਾਰੀ ਓਵਰਆਲ ਕੰਟਰੀ ਦੇ ਵਿੱਚ ਫੈਲੀ ਵੀ ਹੁੰਦੀ ਹੈਗੀ, ਤਾਂ ਉੱਥੇ ਇਹ ਵੀ ਨਹੀਂ ਹੈਗਾ ਕਿ ਉਹਨਾਂ ਨੂੰ ਸਾਰੀਆਂ ਆਲ ਲੈਂਗੁਏਜਿਸ ਆਉਂਦੀਆਂ ਹੁੰਦੀਆਂ ਨੇ ਹੈ ਨਾ, ਉਹਨਾਂ ਨੂੰ ਇਹ ਤਾਂ ਹੈ ਨਹੀਂ ਕਿ ਵੀ ਸਾਰੀਆਂ ਹੀ ਲੈਂਗੁਏਜਿਸ ਆਉਂਦੀਆਂ ਹੋਣਗੀਆਂ, ਫਿਰ ਉਹਨਾਂ ਨੂੰ ਜਿੱਥੇ ਉਹਨਾਂ ਦੀ ਯੂਨਿਟ ਚਲੀ ਗਈ ਮੰਨ ਲਓ ਉਹਨਾਂ ਨੂੰ ਉਹ ਏਰੀਆ ਦੀ ਲੈਂਗੁਏਜ ਆਉਂਦੀ ਨਹੀਂ, ਬਟ ਉਹਨਾਂ ਨੂੰ ਸਿੱਖਣੀ ਤਾਂ ਪੈਂਦੀ ਆ, ਤਾਂ ਉਹ ਔਰਲੀ ਇੱਕ ਦੂਜੇ ਤੋਂ ਥੋੜ੍ਹੇ ਬਹੁਤੇ ਸ਼ਬਦ ਲੈ ਲੈਂਦੇ ਨੇਗੇ, ਠੀਕ ਹੈ, ਜਿਹਨਾਂ ਨਾਲ ਡੇਲੀ ਲਾਈਫ ਦੇ ਵਿੱਚ ਯੂਜ਼ ਕਰਨੇ ਹੁੰਦੇ ਨੇ ਉਹਨਾਂ ਨੇ, ਤਾਂ ਉਹਨਾਂ ਨੂੰ ਔਰਲੀ ਸਿੱਖ ਲੈਂਦੇ ਨੇ, ਬੋਲ ਕੇ ਇੱਕ ਦੂਜੇ ਤੋਂ ਸੁਣ ਕੇ ਸਿੱਖ ਲੈਂਦੇ ਨੇ, ਤਾਂ ਹੀ ਉਹਨੂੰ ਆਡੀਓ ਲਿੰਗੁਅਲ ਮੈਥਡ ਕਿਹਾ ਜਾਂਦਾ ਗਾ, ਮਤਲਬ ਜਿਹੜੀ ਸੁਣ ਕੇ ਸਿੱਖੀ ਜਾਂਦੀ ਹੈਗੀ ਭਾਸ਼ਾ, ਠੀਕ ਹੈ। ਤਾਂ ਉਹਨਾਂ ਨੇ ਥੋੜ੍ਹੇ ਬਹੁਤੇ ਸ਼ਬਦ ਲੈ ਲਏ, ਉਹਨਾਂ ਸ਼ਬਦਾਂ ਨੂੰ ਉਹ ਡੇਲੀ ਯੂਜ਼ ਕਰਦੇ ਨੇ, ਇਹ ਵੀ ਨਹੀਂ ਹੈਗਾ ਕਿ ਉਹ ਜਿਹੜੇ ਪਰਟੀਕੂਲਰ ਏਰੀਆ ਦੀ ਸਾਰੀ ਲੈਂਗੁਏਜ ਨੂੰ ਸਿੱਖ ਪਾਉਣਗੇ, ਓਕੇ। ਜਿਹੜੇ ਥੋੜ੍ਹੇ ਜਿਹੇ ਸ਼ਬਦ ਉਹਨਾਂ ਨੇ ਹੁੰਦੇ ਨੇਗੇ ਉਹ ਯੂਜ਼ ਕਰਦੇ ਨੇ, ਲਿਮਿਟਿਡ ਤਾਈਓ ਕਿਹਾ ਗਿਆ, ਠੀਕ ਹੈ। ਨੈਕਸਟ ਹੈ ਸਾਡਾ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ। ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਜਿਹਨੂੰ ਅਸੀਂ CLT ਬੋਲਦੇ ਹਾਂਗੇ, ਓਕੇ। ਕਮਿਊਨੀਕੇਸ਼ਨ ਹੁਣ ਪਤਾ ਹੀ ਤਾਂ ਕਮਿਊਨੀਕੇਸ਼ਨ ਤੇ ਜ਼ੋਰ ਦਿਓਗੀ। ਕਮਿਊਨੀਕੇਸ਼ਨ ਇਜ਼ ਸਪੈਸੀਫਿਕ ਸਕਿੱਲ ਆਫ ਲੈਂਗੁਏਜ, ਕਹਿੰਦੇ ਲੈਂਗੁਏਜ ਦੀ ਜਿਹੜੀ ਕਮਿਊਨੀਕੇਸ਼ਨ ਹੁੰਦਾ ਗਾ ਉਹ ਇੱਕ ਸਪੈਸੀਫਿਕ ਸਕਿੱਲ ਹੈਗੀ ਆ
ਦਿਸ ਮੈਥਡ ਇਜ਼ ਸਟੂਡੈਂਟ ਸੈਂਟਰਡ। ਇਹ ਜਿਹੜਾ ਹੁੰਦਾ ਸਟੂਡੈਂਟ ਸੈਂਟਰ ਹੁੰਦਾ, ਬੱਚੇ ਨੂੰ ਧਿਆਨ ਵਿੱਚ ਰੱਖ ਕੇ ਉਹਨੂੰ ਕਮਿਊਨੀਕੇਸ਼ਨ ਕਰਨਾ ਸਿਖਾਇਆ ਜਾਂਦਾ ਇਸ ਦੇ ਵਿੱਚ ਆ ਕੇ। ਤਾਂ ਪਹਿਲਾਂ ਹੁਣ ਤੱਕ ਅਸੀਂ ਦੇਖਿਆ ਕਿ ਉਹਨੂੰ ਇੰਨਾ ਪਾਰਟੀਕੂਲਰ ਕਮਿਊਨੀਕੇਸ਼ਨ ਬੱਚਾ ਨਹੀਂ ਸੀ ਕਰ ਸਕਦਾ ਹੈਗਾ ਗਾ। ਇਟ ਡਜ਼ ਨਾਟ ਬਲੀਵ ਇਨ ਸਪੂਨ ਫੀਡਿੰਗ ਬਾय ਦ ਟੀਚਰ। ਇਹ ਕਹਿੰਦੇ ਟੀਚਰ ਦੁਆਰਾ ਸਪੂਨ ਫੀਡਿੰਗ ਤੇ ਵਿਸ਼ਵਾਸ ਨਹੀਂ ਕਰਦਾ ਹੈਗਾ ਕਿ ਬੱਚੇ ਟੀਚਰ ਨੇ ਜੋ ਵੀ ਮਤਲਬ ਉਹਨਾਂ ਨੂੰ ਪਰੋਸਤਾ ਹੈ ਨਾ ਬੱਚੇ ਨੂੰ, ਤਾਂ ਬੱਚੇ ਨੂੰ ਆਪਣੇ ਆਪ ਐਫਰਟਸ ਕਰਨੇ ਪੈਂਦੇ ਨੇਗੇ ਇਹਦੇ ਵਿੱਚ ਕਮਿਊਨੀਕੇਟ ਕਰਨ ਦੇ ਲਈ। ਇਟ ਇਜ਼ ਸੋਸ਼ਲੀ ਅਸੈਪਟੇਬਲ ਐਂਡ ਕੰਟੈਕਸਚੁਅਲੀ ਅਪਰੋਪਰੀਏਟ ਲੈਂਗੁਏਜ। ਤਾਂ ਇਹ ਕਹਿੰਦੇ ਸੋਸ਼ਲੀ ਅਸੈਪਟੇਬਲ ਹੁੰਦਾ, ਸਮਾਜ ਦੇ ਵਿੱਚ ਬੋਲਿਆ ਜਾਂਦਾ ਹੈਗਾ, ਠੀਕ ਹੈ। ਤਾਂ ਪਤਾ ਹੀ ਹੁਣ ਇਹ ਸੋਸ਼ਲੀ ਅਸੈਪਟੇਬਲ ਤਾਂ ਹੈਗਾ ਹੀ ਹੈਗਾ, CLT ਹੈ ਜੋ। ਨੈਕਸਟ ਹੈ ਸਾਡਾ ਸਟਰਕਚਰਲ ਅਪਰੋਚ। ਸਟਰਕਚਰਲ ਦੇ ਵਿੱਚ ਕੀ ਹੈ, ਸਾਨੂੰ ਸਟਰਕਚਰ ਬਣਾਉਣਾ ਸਿਖਾਇਆ ਜਾਂਦਾ, ਦੱਸਿਆ ਜਾਂਦਾ, ਠੀਕ ਹੈ, ਗ੍ਰਾਮਰ ਦਾ ਜਿੱਦਾਂ। ਅਲਟਰਨੇਟਿਵ ਟੂ ਦਾ ਡਾਇਰੈਕਟ ਮੈਥਡ ਆਫ ਟੀਚਿੰਗ। ਇਹ ਕਹਿੰਦੇ ਡਾਇਰੈਕਟ ਮੈਥਡ ਦੇ ਅਪੋਜ਼ਿਟ ਆਇਆ ਸੀ, ਜਿੱਦਾਂ ਪਹਿਲਾਂ ਵੇਖਿਆ ਸੀ ਸਭ ਤੋਂ ਪਹਿਲਾਂ GTM ਆਇਆ ਸੀ, ਉਹਦੇ ਅਪੋਜ਼ਿਟ ਡਾਇਰੈਕਟ ਮੈਥਡ ਆਇਆ ਸੀ, ਉਹਦੇ ਅਪੋਜ਼ਿਟ ਡਾਕਟਰ ਵੈਸਟ ਦਾ ਮੈਥਡ ਆਇਆ ਸੀ। ਹੁਣ ਫਿਰ DM ਦੇ ਅਪੋਜ਼ਿਟ ਕਿਹੜਾ ਹੈਗਾ ਜੀ, ਸਟਰਕਚਰਲ ਅਪਰੋਚ ਆ ਗਈ। ਓਕੇ, it is based on belief that mastery of the structure is more important rather than acquisition of vocabulary in the learning of foreign language। ਤਾਂ ਇਹਨਾਂ ਦਾ ਬਲੀਵ ਇਹ ਸੀ ਕਿ ਅਸੀਂ ਕੋਈ ਵੀ ਫੋਰਨ ਲੈਂਗੁਏਜ ਨੂੰ ਸਿੱਖਣਾ, ਅਕਵਾਇਰ ਕਰਨਾ ਉਹਨੂੰ, ਹੈ ਨਾ, ਉਹਦੀ ਐਕੁਜੀਸ਼ਨ ਕਰਨੀ ਆ, ਵਕੈਬ ਉਹਦੇ ਵਿੱਚ ਕਹਿੰਦੇ ਇੰਨੀ ਜ਼ਿਆਦਾ ਇੰਪੋਰਟੈਂਟ ਨਹੀਂ ਹੁੰਦੀ ਹੈਗੀ ਜਿੰਨਾ ਉਹਦੇ ਵਿੱਚ ਸਟਰਕਚਰ ਇੰਪੋਰਟੈਂਟ ਹੁੰਦਾ ਗਾ। ਇਹਨਾਂ ਨੇ ਸਟਰਕਚਰ 'ਤੇ ਜ਼ਿਆਦਾ ਜ਼ੋਰ ਦਿੱਤਾ ਸੀਗਾ। ਇਹਨਾਂ ਨੇ ਕਿਹਾ ਸੀ ਜਿੱਦਾਂ ਵੀ ਸਟਰਕਚਰ ਜਿਵੇਂ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ ਹੁੰਦਾ, ਇੰਗਲਿਸ਼ ਲੈਂਗੁਏਜ ਦਾ ਸਟਰਕਚਰ ਹੁੰਦਾ ਹੈ ਨਾ। ਤਾਂ ਇਹਦੇ ਵਿੱਚ ਵੀ ਦੇਖਿਆ ਸੀ ਵੀ ਕਈ ਵਾਰ ਕੀ ਹੁੰਦਾ ਗਾ, ਦੋ ਹੀ ਹੁੰਦੇ ਨੇ ਉਹਦੇ ਵਿੱਚ, ਜਸਟ ਸਬਜੈਕਟ ਪਲੱਸ ਵਰਬ ਹੁੰਦੇ ਨੇ, ਕਈ ਵਾਰ ਸਬਜੈਕਟ ਪਲੱਸ ਵਰਬ ਪਲੱਸ ਆਬਜੈਕਟ ਹੁੰਦੇ ਨੇ, ਇਹ ਸਟਰਕਚਰ ਬਣ ਜਾਂਦੇ ਨੇ। ਤਾਂ ਇਹ ਕਹਿੰਦੇ ਸਟਰਕਚਰ ਜ਼ਿਆਦਾ ਜ਼ਰੂਰੀ ਹੁੰਦਾ ਵਕੈਬ ਨਾਲੋਂ, ਵੀ ਕਿਸੇ ਵੀ ਫੋਰਨ ਲੈਂਗੁਏਜ ਨੂੰ ਜੇ ਅਸੀਂ ਸਿੱਖਣਾ। ਇਟ ਵਾਜ਼ ਨਾਟ ਵੈਰੀ ਸਕਸੈਸਫੁਲ, ਜ਼ਿਆਦਾ ਸਕਸੈਸਫੁਲ ਨਹੀਂ ਰਿਹਾ ਹੈਗਾ। ਕਹਿੰਦੇ ਲਿਮਿਟਿਡ ਅਪਰੋਚ ਹੈ ਇਹ, ਜ਼ਿਆਦਾ ਨਹੀਂ ਮਤਲਬ ਹੋ ਸਕੀ ਹੈਗੀ ਸਕਸੈਸਫੁਲ ਇਹ। ਅੱਗੇ ਅਸੀਂ ਵੇਖਦੇ ਹਾਂ ਜੀ ਸਿਚੁਏਸ਼ਨਲ ਅਪਰੋਚ। ਸਿਚੁਏਸ਼ਨਲ ਅਪਰੋਚ ਦੇ ਵਿੱਚ ਅਸੀਂ ਦੇਖਦੇ ਸਿਚੁਏਸ਼ਨ ਦੇ ਅਕੋਰਡਿੰਗ ਕੀ ਹੈ ਕਮਿਊਨੀਕੇਸ਼ਨ ਕਰਨਾ ਸਿਖਾਇਆ ਜਾਂਦਾ ਇੱਕ ਤਰ੍ਹਾਂ ਨਾਲ। ਇਸ ਦੇ ਵਿੱਚ ਇਟ ਕ੍ਰੀਏਟਸ ਰੀਅਲ ਸਿਚੁਏਸ਼ਨ ਇਨ ਦਾ ਕਲਾਸਰੂਮ। ਕਹਿੰਦੇ ਕਲਾਸਰੂਮ ਦੇ ਵਿੱਚ ਰੀਅਲ ਸਿਚੁਏਸ਼ਨ ਕ੍ਰੀਏਟ ਕੀਤੀ ਜਾਂਦੀ ਹੈ ਬੱਚੇ ਨੂੰ ਇਹ ਵਾਲੀ ਅਪਰੋਚ ਸਿਖਾਉਣ ਦੇ ਲਈ। ਅ ਪਰਟੀਕੂਲਰ ਸਿਚੁਏਸ਼ਨ ਇਜ਼ ਕ੍ਰੀਏਟਡ ਇਨ ਕਲਾਸਰੂਮ ਬਾਏ ਯੂਜ਼ ਆਫ ਮੈਪਸ। ਕਹਿੰਦੇ ਮੈਪ ਦੀ ਵਰਤੋਂ ਕਰਦੇ ਹੋਏ, ਕੋਈ ਵੀ ਪਿਕਚਰਸ ਦੀ ਵਰਤੋਂ ਕਰਦੇ ਹੋਏ, ਜਾਂ ਕਿ ਅਲੱਗ-ਅਲੱਗ ਤਰ੍ਹਾਂ ਦੇ ਆਬਜੈਕਟਿਵਸ ਬੱਚਿਆਂ ਨੂੰ ਦਿਖਾਉਂਦੇ ਹੋਏ, ਕੋਈ ਵੀ ਐਕਸ਼ਨ ਕਰਵਾ ਕੇ ਜਾਂ ਡਰਾਇੰਗ ਕਰਵਾ ਕੇ ਬਲੈਕ ਬੋਰਡ ਦੇ ਉੱਪਰ, ਹੈ ਨਾ, ਬੱਚਿਆਂ ਨੂੰ, ਤਾਂ ਉਹ ਕੀ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਜਾਂਦੀ ਹੈ ਬੱਚੇ ਨੂੰ ਉਹਦੇ ਅਕੋਰਡਿੰਗ, ਠੀਕ ਹੈ। ਇਟ ਕ੍ਰੀਏਟਸ ਇੰਟਰਸਟ ਆਫ ਸਟੂਡੈਂਟਸ ਬਾਏ ਯੂਜ਼ ਆਫ ਐਗਜ਼ਾਮਪਲਸ ਐਂਡ ਮਟੀਰੀਅਲ ਏਡਸ। ਤਾਂ ਇਹ ਵਾਲੇ ਮਟੀਰੀਅਲ ਏਡਸ ਨੇ ਜਿਹੜੇ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹੋਏ ਕੀ ਹੈਗਾ, ਬੱਚਿਆਂ ਨੂੰ ਸਿੱਖਣਾ ਤਾਂ ਇੰਟਰਸਟਿੰਗ ਬਣਾ ਹੀ ਦੇਵਾਂਗੇ ਨਾ। ਬੱਚੇ ਤਾਂ ਬਹੁਤ ਹੀ ਇੰਟਰਸਟ ਨਾਲ ਸਿੱਖਣਗੇ ਜਦੋਂ ਉਹਨਾਂ ਨੂੰ ਅਸੀਂ ਇੱਕ ਤਰ੍ਹਾਂ ਨਾਲ ਮਤਲਬ ਕਿ ਆਬਜੈਕਟਿਵਸ ਦਿਖਾ ਰਹੇ ਹੈਗੇ ਸਾਹਮਣੇ, ਫਿਰ ਸਿਖਾ ਰਹੇ ਹਾਂ। ਤਾਂ ਇੱਕ ਤਰ੍ਹਾਂ ਨਾਲ ਕਹਿੰਦੇ ਕਲਾਸਰੂਮ ਦੇ ਵਿੱਚ ਕੀ ਹੈਗਾ ਸਿਚੁਏਸ਼ਨ ਕ੍ਰੀਏਟ ਕੀਤੀ ਜਾਂਦੀ ਆ। ਤਾਂ ਹੁਣ ਜਿੱਦਾਂ ਉਹਨਾਂ ਨੂੰ ਮੈਪ ਹੈਗਾ, ਮੈਪ 'ਤੇ ਕੋਈ ਵੀ ਇੰਡੀਆ ਦਾ ਮੈਪ ਦਿਖਾਤਾ ਉਹਨਾਂ ਨੂੰ, ਤਾਂ ਉਹਦੇ ਵਿੱਚ ਕੀ ਸਟੇਟਸ ਦਾ ਦਿਖਾਇਆ ਹੈਗਾ, ਵੀ ਫਿਰ ਉਹ ਵੀ ਇੱਕ ਸਿਚੁਏਸ਼ਨ ਕ੍ਰੀਏਟ ਹੋ ਗਈ। ਤਾਂ ਬੱਚੇ ਉਹਨਾਂ ਨੂੰ ਕੀ ਅੱਗੇ ਦੱਸਣਗੇ ਸਟੇਟਸ ਬਾਰੇ ਜੋ ਵੀ ਆ, ਤਾਂ ਉਹ ਕਮਿਊਨੀਕੇਟ ਕਰਨਗੇ, ਹੈ ਨਾ, ਸਿਚੁਏਸ਼ਨ ਦੇ ਅਕੋਰਡਿੰਗ। ਅੱਗੇ ਆ ਗਈ ਸਾਡਾ ਨੈਚੁਰਲ ਮੈਥਡ। ਨੈਚੁਰਲ ਅਪਰੋਚ ਕੀ ਹੁੰਦੀ ਹੈਗੀ, ਇਹ ਦਿੱਤੀ ਹੋਈ ਸੀ ਜੀ ਟ੍ਰੈਸੀ ਟੈਰਲ ਤੇ ਸਟੀਫਨ ਕ੍ਰੈਸ਼ਨ ਦੀ ਦਿੱਤੀ ਹੋਈ ਹੈਗੀ ਜਿਹੜੀ ਨੈਚੁਰਲ ਅਪਰੋਚ ਹੈ। ਓਕੇ, ਕ੍ਰੈਸ਼ਨ ਸੀ ਜਿਹੜਾ ਨੇ 5 ਹਾਈਪੋਥੀਸਿਸ ਦਿੱਤੇ ਨੇਗੇ ਆਪਣੇ, ਤਾਂ ਉਹਦੇ ਅਕੋਰਡਿੰਗ ਦੇਖਦੇ ਹਾਂ ਕਿ ਕੀ ਹੋ ਸਕਦਾ ਗਾ, ਠੀਕ ਹੈ। ਫਸਟ ਹੈ ਨੈਚੁਰਲ ਆਰਡਰ ਹਾਈਪੋਥੀਸਿਸ। ਨੈਚੁਰਲ ਆਰਡਰ ਹਾਈਪੋਥੀਸਿਸ ਦੇ ਵਿੱਚ ਦੱਸਿਆ ਗਿਆ ਕਿ ਜੋ ਵੀ ਅਸੀਂ ਸਿੱਖਣਾ ਲੈਂਗੁਏਜ ਨੂੰ, ਠੀਕ ਹੈ, ਜਾਂ ਬੱਚੇ ਨੂੰ ਅਸੀਂ ਲੈਂਗੁਏਜ ਸਿਖਾਉਣੀ ਹੈ ਤਾਂ ਉਹ ਨੈਚੁਰਲ ਆਰਡਰ ਦੇ ਵਿੱਚ ਹੀ ਸਿਖਾ ਸਕਦੇ ਹਾਂ। ਇੱਕ ਨੈਚੁਰਲ ਸੀਕੁਐਂਸ ਬਣਿਆ ਹੋਇਆ ਹੈਗਾ, ਕਿਹੜਾ ਹੈਗਾ ਉਹ ਆਪਾਂ ਵੇਖਿਆ ਸੀ, LSRW। ਓਕੇ, ਇਹ ਸਾਡਾ ਨੈਚੁਰਲ ਆਰਡਰ ਆ। ਤਾਂ ਪਹਿਲਾਂ ਲਿਸਨਿੰਗ ਹੁੰਦਾ, ਫਿਰ ਸਪੀਕਿੰਗ, ਫਿਰ ਰੀਡਿੰਗ, ਫਿਰ ਰਾਈਟਿੰਗ। ਤਾਂ ਕਹਿੰਦੇ ਅਸੀਂ ਬੱਚੇ ਨੂੰ ਜਦੋਂ ਲੈਂਗੁਏਜ ਸਿਖਾਉਣੀ ਆ ਸਟਾਰਟਿੰਗ ਤੋਂ ਲੈ ਕੇ, ਤਾਂ ਉਹ ਕੀ ਹੈ ਇੱਕ ਤਰ੍ਹਾਂ ਨਾਲ ਅਸੀਂ ਨੈਚੁਰਲ ਆਰਡਰ ਦੇ ਵਿੱਚ ਰਹਿ ਕੇ ਹੀ ਸਿਖਾ ਸਕਦੇ ਹੈਗੇ। ਅੱਗੇ ਜੀ ਐਕੁਜੀਸ਼ਨ ਵਰਸਸ ਲਰਨਿੰਗ ਹਾਈਪੋਥੀਸਿਸ। ਐਕੁਜੀਸ਼ਨ ਤੇ ਲਰਨਿੰਗ ਦਾ ਬਾਰੇ ਵਿੱਚ ਇਹਨੇ ਕੀ ਬਣਾਇਆ ਹੋਏਗਾ, ਇਹ ਕਹਿੰਦਾ ਜਿਹੜਾ ਐਕੁਜੀਸ਼ਨ ਹੁੰਦੀ ਹੈਗੀ ਉਹ ਜ਼ਿਆਦਾ ਬੈਟਰ ਹੁੰਦੀ ਹੈਗੀ ਲਰਨਿੰਗ ਦੇ ਮੁਕਾਬਲੇ, ਹੈ ਨਾ। ਵੀ ਲਰਨਿੰਗ ਦੇ ਵਿੱਚ ਤਾਂ ਸਾਨੂੰ ਐਫਰਟਸ ਲਾਉਣੇ ਪੈਂਦੇ ਨੇ ਕੁਛ ਵੀ ਸਿੱਖਣ ਦੇ ਲਈ ਬੱਚੇ ਨੂੰ, ਹੈ ਨਾ, ਅਲੱਗ ਤੋਂ ਪਰਟੀਕੂਲਰ ਟਾਈਮ ਦੇਣਾ ਪੈਂਦਾ। ਬਟ ਜਿਹੜੀ ਐਕੁਜੀਸ਼ਨ ਹੈਗੀ ਇਹ ਤਾਂ ਐਨਵਾਇਰਮੈਂਟ ਵਿੱਚ ਰਹਿੰਦੇ ਹੋਏ ਨਾ ਨੈਚੁਰਲੀ ਹੋ ਜਾਂਦੀ ਹੁੰਦੀ ਆ। ਤਾਂ ਕਰਕੇ ਜਿਹੜੀ ਐਕੁਜੀਸ਼ਨ ਹੈਗੀ ਲਰਨਿੰਗ ਦੇ ਵਿੱਚ, ਲੈਂਗੁਏਜ ਦੇ ਵਿੱਚ, ਉਹ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਲਰਨਿੰਗ ਦੇ ਮੁਕਾਬਲੇ। ਫਿਰ ਅਸੀਂ ਵੇਖਿਆ ਜੀ ਮੋਨੀਟਰ ਹਾਈਪੋਥੀਸਿਸ। ਮੋਨੀਟਰ ਹਾਈਪੋਥੀਸਿਸ ਦੇ ਵਿੱਚ ਇਹ ਕਹਿੰਦੇ ਵੀ ਸਾਨੂੰ ਲੈਂਗੁਏਜ ਦੇ ਪ੍ਰਤੀ ਥੋੜ੍ਹਾ ਬਹੁਤਾ ਤਾਂ ਗਿਆਨ ਹੁੰਦਾ ਹੀ ਹੈ, ਨੌਲੇਜ ਹੁੰਦੀ ਹੈ ਨਾ।
ਤਾਂ ਸਾਨੂੰ ਜਦੋਂ ਵੀ ਕੋਈ ਵੀ ਸੈਂਟੈਂਸ ਅਸੀਂ ਬੋਲਦੇ ਹਾਂ ਜਾਂ ਕੋਈ ਵੀ ਸਾਡੇ ਦਿਮਾਗ ਵਿੱਚ ਗੱਲ ਆਉਂਦੀ ਹੈ, ਤਾਂ ਜੇ ਬਾਏ ਚਾਂਸ ਅਸੀਂ ਸੈਂਟੈਂਸ ਬਣਾਇਆ ਹੈਗਾ ਤਾਂ ਉਹਦੇ ਵਿੱਚ ਕੋਈ ਵੀ ਚੀਜ਼ ਰੋਂਗ ਹੈ ਸੈਂਟੈਂਸ ਦੇ ਵਿੱਚ, ਠੀਕ ਹੈ, ਤਾਂ ਉਹ ਸਾਨੂੰ ਕੀ ਹੈਗਾ, ਸਾਡਾ ਦਿਮਾਗ ਮੋਨੀਟਰ ਕਰੂਗਾ। ਸਾਡਾ ਦਿਮਾਗ ਦੇ ਵਿੱਚ ਇੱਕ ਵਾਰ ਆਊਗੀ ਗੱਲ ਕਿ ਗੜਬੜ ਹੈਗੀ ਹੈ ਨਾ, ਸਾਨੂੰ ਨਾ ਪਤਾ ਲੱਗੇ ਵੀ ਗੜਬੜ ਕਿੱਥੇ, ਬਟ ਇੱਕ ਵਾਰ ਦਿਮਾਗ ਨੇ ਮੋਨੀਟਰ ਕਰ ਦੇਣਾ ਹੁੰਦਾ ਕਿ ਕੁਛ ਨਾ ਕੁਛ ਗਲਤ ਹੈਗਾ, ਤਾਂ ਉਹਨੂੰ ਅਸੀਂ ਮੋਨੀਟਰ ਹਾਈਪੋਥੀਸਿਸ ਬੋਲਦੇ ਹਾਂ। ਨੈਕਸਟ ਹੈ ਇਨਪੁਟ ਹਾਈਪੋਥੀਸਿਸ। ਇਨਪੁਟ ਹਾਈਪੋਥੀਸਿਸ ਦੇ ਵਿੱਚ ਕੀ ਹੁੰਦਾ ਗਾ, ਇਨਪੁਟ ਹਾਈਪੋਥੀਸਿਸ ਹੁੰਦਾ ਗਾ ਵੀ ਜਿਹਦੇ ਵਿੱਚ ਕੀ ਹੈਗਾ, ਬੱਚੇ ਨੂੰ ਅਸੀਂ ਜੋ ਵੀ ਪੜ੍ਹਾਉਣਾ ਗਾ ਹੈ ਨਾ, ਉਹਨੂੰ ਜੋ ਵੀ ਇਨਪੁਟ ਦੇਣੀ ਹੈ ਅਸੀਂ ਨੇ, ਤਾਂ ਉਹ ਕੀ ਹੈਗਾ ਉਹਦੇ ਲੈਵਲ ਤੋਂ ਥੋੜ੍ਹੀ ਜਿਹੀ ਅਪ ਹੋਣੀ ਚਾਹੀਦੀ ਹੈ। ਇਹ ਵੀ ਨਹੀਂ ਹੈਗਾ ਕਿ ਬੱਚੇ ਦਾ ਲੈਵਲ ਤੋਂ ਨੀਚੇ ਦਾ ਪੜ੍ਹਾਈ ਜਾਈਏ ਸੋ ਫਿਰ ਵੀ ਉਹਨੂੰ ਮਤਲਬ ਨਹੀਂ ਇੱਕ ਤਰ੍ਹਾਂ ਨਾਲ ਪ੍ਰੋਪਰ ਪੜ੍ਹਾਇਆ ਜਾ ਸਕਦਾ ਨਾ, ਬੋਰ ਵੀ ਹੋਣ ਲੱਗ ਜਾਂਦਾ ਬੱਚਾ। ਤਾਂ ਜੇ ਅਸੀਂ ਬੱਚੇ ਨੂੰ ਕੀ ਹੈਗਾ ਇੱਕ ਉਹਦੇ ਲੈਵਲ ਦੇ ਅਕੋਰਡਿੰਗ ਪੜ੍ਹਾਵਾਂਗੇ ਫਿਰ ਵੀ ਉਨਾ ਜ਼ਿਆਦਾ ਵਧੀਆ ਨਹੀਂ ਹੋਊਗਾ, ਜੇ ਥੋੜ੍ਹਾ ਜਿਹਾ ਅਪ ਜਾ ਕੇ ਪੜ੍ਹਾਵਾਂਗੇ ਲੈਵਲ ਤੋਂ ਬੱਚੇ ਦੇ, ਠੀਕ ਹੈ, ਜ਼ਿਆਦਾ ਵੀ ਨਹੀਂ, ਥੋੜ੍ਹਾ ਜਿਹਾ ਲੈਵਲ ਦਾ ਹਾਈ ਪੜ੍ਹਾਵਾਂਗੇ ਬੱਚੇ ਨੂੰ, ਥੋੜ੍ਹੇ ਜਿਹੇ ਅਪ ਲੈਵਲ ਦਾ ਪੜ੍ਹਾਵਾਂਗੇ ਤਾਂ ਕੀ ਹੈਗਾ ਇਹਦੇ ਨਾਲ ਬੱਚਾ ਵੀ ਇੰਟਰਸਟ ਨਾਲ ਸਿੱਖਦਾ ਹੁੰਦਾ ਕਿ ਜਿਹੜੀ ਚੀਜ਼ ਉਹਨੂੰ ਨਹੀਂ ਆਉਂਦੀ ਹੁੰਦੀ ਜਦੋਂ ਅਸੀਂ ਪੜ੍ਹਾ ਰਹੇ ਹੁੰਦੇ ਹੈਗੇ, ਓਕੇ। ਤਾਂ ਇਹ ਇਨਪੁਟ ਹਾਈਪੋਥੀਸਿਸ ਹੁੰਦੀਆਂ ਨੇਗੀਆਂ। ਨੈਕਸਟ ਹੈਗਾ ਜੀ ਅਫੈਕਟਿਵ ਫਿਲਟਰ ਹਾਈਪੋਥੀਸਿਸ। ਅਫੈਕਟਿਵ ਫਿਲਟਰ ਹਾਈਪੋਥੀਸਿਸ ਦੇ ਵਿੱਚ ਕੀ ਹੈਗਾ, ਅਸੀਂ ਵੇਖਣਾ ਹੁੰਦਾ ਕਿ ਜਿਹੜੀ ਸੈਕਿੰਡ ਲੈਂਗੁਏਜ ਬੱਚਾ ਸਿੱਖ ਰਿਹਾ ਹੈਗਾ ਹੈ ਨਾ, ਸੈਕਿੰਡ ਲੈਂਗੁਏਜ ਨੂੰ ਸਿੱਖ ਰਿਹਾ ਤਾਂ ਉਹਦੇ 'ਤੇ ਕੀ ਹੈਗਾ ਕਿੰਨਾ ਕੁ ਮਤਲਬ ਪ੍ਰਭਾਵਸ਼ਾਲੀ ਤਰੀਕੇ ਨਾਲ ਉਹਨੂੰ ਸਿੱਖ ਪਾਇਆ, ਅਤੇ ਜਿਹੜੀਆਂ ਵੀ ਉਹਨੂੰ ਸੈਕਿੰਡ ਲੈਂਗੁਏਜ ਨੂੰ ਸਿੱਖਣ ਦੇ ਵਿੱਚ ਕਮੀਆਂ ਆ ਰਹੀਆਂ ਸੀਗੀਆਂ, ਦਿੱਕਤਾਂ ਆ ਰਹੀਆਂ ਸੀ, ਤਾਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਫਿਲਟਰ ਕੀਤਾ ਜਾਂਦਾ, ਮਤਲਬ ਉਹਨਾਂ ਨੂੰ ਅਲੱਗ ਕਰ ਦਿੱਤਾ ਜਾਂਦਾ ਗਾ ਇਹਦੇ ਵਿੱਚ। ਜਿੱਦਾਂ ਕਈਆਂ ਦਾ ਹੁੰਦਾ ਸਿੱਖਣ ਦੀ ਵੀ ਮਤਲਬ ਘੱਟ ਇੱਛਾ ਹੁੰਦੀ ਹੈ, ਕਈ ਮੋਟੀਵੇਟ ਨਹੀਂ ਹੋਏ ਵੇ ਹੁੰਦੇ ਹੈ ਨਾ, ਤਾਂ ਉਹ ਸਾਰੀਆਂ ਪ੍ਰੋਬਲਮਸ ਦਿੱਕਤ ਨੂੰ ਫਿਲਟਰ ਕਰਕੇ ਕੀ ਹੈ ਬੱਚੇ ਨੂੰ ਇੱਕ ਇਫੈਕਟਿਵ ਤਰੀਕੇ ਦੇ ਨਾਲ ਕੀ ਹੈ ਸੈਕਿੰਡ ਲੈਂਗੁਏਜ ਸਿਖਾਈ ਜਾਂਦੀ ਹੈ ਇਹਦੇ ਵਿੱਚ। ਹਾਂਜੀ ਥੈਂਕ ਯੂ। ਆਪਣਾ ਅੱਜ ਖਤਮ ਹੁੰਦਾ ਆਪਣਾ ਇਹ ਵਾਲਾ ਟੌਪਿਕ ਆਪਾਂ ਦੇਖਿਆ, ਪਰ ਥੋੜੀ ਰਿਵੀਜ਼ਨ ਲੈ ਲੈਣਾ ਵੀ ਪਹਿਲਾਂ ਅਸੀਂ ਕੀ ਕੀਤਾ ਗ੍ਰਾਮਰ ਟਰਾਂਸਲੇਸ਼ਨ ਮੈਥਡ, ਇਹਦੇ ਵਿੱਚ ਦੇਖਿਆ ਹੈਗਾ ਕਿ ਇਹ ਕੀ ਹੁੰਦਾ ਹੈਗਾ, ਮਤਲਬ ਜ਼ਿਆਦਾ ਵਰਡ ਇਹਦੀ ਯੂਨਿਟ ਇਕਾਈ ਹੁੰਦੀ ਹੈਗੀ, ਇਹਦੇ ਵਿੱਚ ਟਰਾਂਸਲੇਟ ਕਰਕੇ ਬੱਚੇ ਨੂੰ ਸਿਖਾਇਆ ਜਾਂਦਾ। ਫਿਰ ਇਹਦੀ ਲਿਮਿਟੇਸ਼ਨਸ ਵੇਖੀਆਂ ਸੀ ਅਸੀਂ, ਫਿਰ ਡਾਇਰੈਕਟ ਮੈਥਡ ਦੇਖਿਆ ਸੀ ਜਿਹਨੂੰ ਅਸੀਂ ਰਿਫੋਰਮਡ ਜਾਂ ਨੈਚੁਰਲ ਮੈਥਡ ਕਹਿ ਦਿੰਦੇ ਹਾਂ ਨਾ, ਤੇ ਡਾਇਰੈਕਟ ਮੈਥਡ ਦੇ ਅਪੋਜ਼ਿਟ ਆਇਆ ਸੀਗਾ ਜੀ। ਉਸ ਤੋਂ ਬਾਅਦ ਫਿਰ ਅਸੀਂ ਦੇਖਿਆ ਸੀ ਇਹਦੇ ਮੈਰਿਟਸ ਡੀਮੈਰਿਟਸ ਦੇਖੇ ਸੀ ਕਿ ਕੀ ਹੁੰਦੇ ਨੇ, ਇਹਦੇ ਵਿੱਚ ਬੱਚੇ ਨੂੰ ਰੀਅਲ ਕਮਾਂਡ ਆਉਣ ਲੱਗ ਜਾਂਦੀ ਹੈ ਇਹਦੀ ਹੈ ਨਾ ਇੰਗਲਿਸ਼ ਦੇ, ਤੇ ਫਿਰ ਅਸੀਂ ਦੇਖਿਆ ਸੀ ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੈਗਾ ਵੀ ਸਾਰੇ ਬੱਚੇ ਸੈਟਿਸਫਾਈ ਹੋ ਸਕਣ, ਡਾਇਰੈਕਟ ਮੈਥਡ ਦੇ ਵਿੱਚ ਇਹ ਦਿੱਕਤ ਆਉਂਦੀ ਹੈ। ਫਿਰ ਡਾਕਟਰ ਵੈਸਟ ਦਾ ਨਿਊ ਮੈਥਡ ਦੇਖਿਆ ਜਿਹੜਾ ਕਿ ਡਾਇਰੈਕਟ ਮੈਥਡ ਦੇ ਅਪੋਜ਼ਿਟ ਆਇਆ ਸੀ, ਠੀਕ ਹੈ, ਇਹਦੇ ਵਿੱਚ ਕਿਹਾ ਸੀ ਕਿ ਥੋੜ੍ਹੀ ਜਿਹੀ ਯੂਜ਼ ਕਿ ਇਹਦੀ ਮਦਰ ਟੰਗ ਦਾ ਹੋਣਾ ਚਾਹੀਦਾ ਹੈਗਾ। ਇਸ ਤੋਂ ਬਾਅਦ ਫਿਰ ਇਹਨੇ ਆਪਣਾ ਬਾਇਲਿੰਗੁਅਲ ਮੈਥਡ ਜਿਹੜਾ ਕਿ ਸੈਂਡਵਿਚ ਟੈਕਨੀਕ 'ਤੇ ਆਧਾਰਿਤ ਸੀ। ਫਿਰ ਅਸੀਂ ਦੇਖਿਆ ਆਡੀਓ ਲਿੰਗੁਅਲ ਮੈਥਡ, ਇਹਦੇ ਵਿੱਚ ਜਿਹੜਾ ਆਰਮੀ ਨਾਲ ਰਿਲੇਟਡ ਹੈ ਕਿ ਸੁਣ ਕੇ ਜਿਹੜੀ ਅਸੀਂ ਲੈਂਗੁਏਜ ਸਿੱਖਦੇ ਹੈਗੇ, ਪਰਟੀਕੂਲਰ ਥੋੜ੍ਹੇ ਬਹੁਤੇ ਸ਼ਬਦਾਂ ਦੀ ਪ੍ਰੈਕਟਿਸ ਕਰ ਲੈਂਦੇ ਹੈਗੇ, ਉਹਨੂੰ ਅਸੀਂ ਆਡੀਓ ਲਿੰਗੁਅਲ ਮੈਥਡ ਕਹਿ ਦਿੰਦੇ ਹਾਂ। ਫਿਰ CLT ਦੇਖਿਆ ਸੀਗਾ ਜੀ ਅਸੀਂ, ਇਹਦੇ ਵਿੱਚ ਕਮਿਊਨੀਕੇਸ਼ਨ ਸਕਿੱਲ ਸਿਖਾਈ ਜਾਂਦੀ ਹੈ ਕਿ ਮਤਲਬ ਕਮਿਊਨੀਕੇਟ ਰੀਅਲ ਦੇ ਵਿੱਚ ਕਰਨਾ ਸਿਖਾਇਆ ਜਾਂਦਾ। ਫਿਰ ਅਸੀਂ ਨੈਕਸਟ ਦੇਖਿਆ ਜੀ ਸਟਰਕਚਰਲ ਅਪਰੋਚ, ਸਟਰਕਚਰਲ ਦੇ ਵਿੱਚ ਕੀ ਹੈ ਸਟਰਕਚਰ ਬਣਾਉਣਾ ਸਿਖਾਇਆ ਜਾਂਦਾ ਹੈ, ਕਹਿੰਦੇ ਜ਼ਿਆਦਾ ਇੰਪੋਰਟੈਂਟ ਕੀ ਹੁੰਦਾ ਸਟਰਕਚਰ ਹੀ ਹੁੰਦਾ ਗਾ ਵੋਕੈਬਲਰੀ ਦੇ ਨਾਲੋਂ ਕਹਿੰਦੇ। ਫਿਰ ਸਿਚੁਏਸ਼ਨਲ ਦੇਖਿਆ ਸੀਗਾ, ਇਹਦੇ ਵਿੱਚ ਕੀ ਕਲਾਸਰੂਮ ਦੇ ਵਿੱਚ ਇੱਕ ਤਰ੍ਹਾਂ ਨਾਲ ਸਿਚੁਏਸ਼ਨ ਕ੍ਰੀਏਟ ਕੀਤੀ ਜਾਂਦੀ ਹੈ ਬੱਚੇ ਨੂੰ ਕਮਿਊਨੀਕੇਟ ਕਰਨ ਦੇ ਲਈ। ਨੈਕਸਟ ਅਸੀਂ ਦੇਖਿਆ ਸੀ ਜੀ ਨੈਚੁਰਲ ਅਪਰੋਚ, ਇਹਦੇ ਵਿੱਚ ਇਹ ਕਿਹਨੇ ਦਿੱਤਾ ਹੋਇਆ ਹੈਗਾ ਟ੍ਰੈਸੀ ਟੈਰਲ ਤੇ ਸਟੀਫਨ ਕ੍ਰੈਸ਼ਨ ਦਾ ਦਿੱਤਾ ਹੋਇਆ। ਕ੍ਰੈਸ਼ਨ ਨੇ 5 ਹਾਈਪੋਥੀਸਿਸ ਦਿੱਤੀਆਂ ਸੀ ਜਿਹੜੀਆਂ ਕਿ ਅਸੀਂ ਨੇ ਅੱਜ ਡਿਸਕਸ ਕੀਤੀਆਂ। ਓਕੇ ਜੀ, ਆਪਣਾ ਟੌਪਿਕ ਅੱਜ ਦਾ ਕੰਪਲੀਟ ਹੁੰਦਾ ਗਾ। ਥੈਂਕ ਯੂ।